ਪੰਜਾਬ ਦੇ ਵਿੱਚ ਖਾੜਕੂਵਾਦ ਦੇ ਦੌਰ ਵਿੱਚ ਹਜ਼ਾਰਾਂ ਸਿੱਖ ਨੌਜਵਾਨ ਲਾਪਤਾ ਕਰ ਦਿੱਤੇ ਗਏ ਸੀ। ਉਹਨਾਂ ਲਾਪਤਾ ਨੌਜਵਾਨਾਂ ਦੀ ਪਛਾਣ ਦੀ ਜਿਹੜੀ ਲੜਾਈ ਹੈ ਭਾਈ ਜਸਵੰਤ ਸਿੰਘ ਖਾਲੜਾ ਨੇ ਸ਼ੁਰੂ ਕੀਤੀ ਸੀ, ਅੱਜ ਤੱਕ ਚੱਲ ਰਹੀ ਹੈ। ਅੱਜ 30 ਸਾਲ ਪੁਰਾਣੇ 1992 ਦੇ ਇੱਕ ਕੇਸ ਦੇ ਵਿੱਚ 4 ਸਿੱਖ ਨੌਜਵਾਨਾਂ ਨੂੰ ਜਦੋਂ ਪੁਲਿਸ ਨੇ ਫੇਕ ਐਨਕਾਊਂਟਰ ਦੇ ਵਿੱਚ ਮਾਰ ਦਿੱਤਾ ਸੀ। ਅੱਜ ਸਾਬਿਤ ਹੋਇਆ ਹੈ ਕਿ ਫੇਕ ਐਨਕਾਊਂਟਰ ਸੀ, ਕੁਝ ਦਿਨ ਪਹਿਲਾਂ ਸਾਬਿਤ ਹੋ ਗਿਆ ਸੀ ਤੇ ਅੱਜ ਜਿਹੜਾ ਹੈਗਾ ਉਹ ਦੋਸ਼ੀ ਪੁਲਿਸ ਵਾਲਿਆਂ ਨੂੰ ਸਜ਼ਾ ਦਾ ਐਲਾਨ ਹੋਇਆ, ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ ਤੇ ਜੁਰਮਾਨਾ ਵੀ ਲਾਇਆ ਗਿਆ ਹੈ। ਸਾਡੇ ਨਾਲ ਇਸ ਕੇਸ ਦੀ ਪੈਰਵਾਈ ਕਰਨ ਵਾਲੇ ਵਕੀਲ ਸਾਹਿਬ ਨੇ ਅਤੇ ਨਾਲ ਹੀ ਜਿਹੜੇ ਪੀੜਤ ਪਰਿਵਾਰ ਨੇ, 4 ਸਿੱਖ ਨੌਜਵਾਨਾਂ ਦੇ ਵਿੱਚੋਂ 2 ਸਿੱਖ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਮੌਜੂਦ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਸਾਰੇ ਮਹਿਮਾਨ ਨੇ ਜਿਹੜੇ ਐਡਵੋਕੇਟ ਸਤਨਾਮ ਸਿੰਘ ਬੈਂਸ ਵੀ ਸਾਡੇ ਨਾਲ ਮੌਜੂਦ ਨੇ, ਜਗਜੀਤ ਸਿੰਘ ਬਾਜਵਾ ਮੌਜੂਦ ਨੇ ਤੇ ਨਾਲ ਹੀ ਜਿਹੜੇ ਹੈਗੇ ਨੇ ਸਾਹਿਬ ਸਿੰਘ ਨੌਜਵਾਨ ਸੀਗੇ, ਉਹਨਾਂ ਦੇ ਪਰਿਵਾਰਕ ਮੈਂਬਰ ਸਰਤਾਜ ਸਿੰਘ ਉਹਨਾਂ ਦੇ ਭਰਾ ਨੇ ਤੇ ਦਲਬੀਰ ਸਿੰਘ ਦੇ ਰਿਸ਼ਤੇਦਾਰ ਸ਼ਮਸ਼ੇਰ ਸਿੰਘ ਸਾਡੇ ਨਾਲ ਨੇ। ਭਾਈ ਸਾਹਿਬ, ਸਭ ਤੋਂ ਪਹਿਲਾਂ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ 30 ਸਾਲਾਂ ਬਾਅਦ ਇਨਸਾਫ ਮਿਲਿਆ ਹੈ, ਉਹ ਜਿਹੜਾ ਪੀੜ ਹੈ, ਉਹ ਦੁੱਖ ਸੀਗਾ, ਉਹ ਕੁਝ ਘੱਟ ਲੱਗ ਰਿਹਾ ਅੱਜ? ਹਾਂਜੀ, ਅੱਜ ਥੋੜਾ ਘੱਟ ਲੱਗ ਰਿਹਾ, ਲੇਕਿਨ ਚਲੋ ਦੇਰ ਬਾਅਦ ਸਹੀ ਤੇ ਉਦਾਂ ਇਹ ਆ ਵੀ ਇਨਸਾਫ ਤੇ ਸਾਨੂੰ ਮਿਲਿਆ। ਪਹਿਲਾਂ ਤਾਂ ਸਾਨੂੰ ਆਸ ਹੀ ਕੋਈ ਨਹੀਂ ਵੀ ਸਾਨੂੰ ਇਨਸਾਫ ਵੀ ਮਿਲੂਗਾ, ਨਾ ਸਾਨੂੰ ਕੋਈ ਡੈੱਡ ਬੋਡੀ ਦਿੱਤੀ ਗਈ। ਇਸ ਕਰਕੇ ਸਾਡੇ ਪਰਿਵਾਰ ਤੇ ਵੀ ਬਹੁਤ ਤਗੜਾ ਟੌਰਚਰ ਕੀਤਾ ਗਿਆ, ਸਾਨੂੰ ਘਰੋਂ ਬਘਰ ਰੱਖਿਆ ਗਿਆ ਔਰ ਹੁਣ ਸਾਨੂੰ ਆਸ ਜਾਗੀ ਆ ਕਿ ਸਾਨੂੰ ਕੋਈ ਨਾ ਕੋਈ ਇਨਸਾਫ ਤੇ ਮਿਲਿਆ। ਤੇ ਟੌਰਚਰ ਕਦੋਂ ਕੀਤਾ ਗਿਆ, ਕਿਸ ਤਰੀਕੇ ਦਾ ਹੋਇਆ? ਸਾਨੂੰ 92 ਤੋਂ ਪਹਿਲਾਂ ਹੀ ਜੀ, 5-7 ਸਾਲ ਪਹਿਲਾਂ ਹੀ ਅਸੀਂ ਪੜ੍ਹਦੇ ਸੀ ਦੋਵੇਂ ਭਰਾ। ਮੈਂ 8ਵੀਂ ਜਮਾਤ 'ਚ ਪੜ੍ਹਦਾ ਸੀ ਤੇ ਉਹ +2 ਦੇ ਵਿੱਚ ਪੜ੍ਹਦਾ ਜਦੋਂ ਸਾਡੇ ਤੇ ਟੌਰਚਰ ਹੁੰਦਾ ਰਿਹਾ। ਹਾਂਜੀ, ਸਾਡੀ ਇਹਨਾਂ ਪੜ੍ਹਾਈ ਵੀ ਖਰਾਬ ਕੀਤੀ, ਅਸੀਂ ਟਰੱਕਾਂ ਦੇ ਧੱਕੇ ਖਾਂਦੇ ਰਹੇ, ਪਰ ਫਿਰ ਵੀ ਚਲੋ ਅਸੀਂ ਉਹਨਾਂ ਨੇ ਵੀ ਚਲੋ ਇਨਸਾਫ ਤੇ ਮਿਲਿਆ। ਬੰਦੇ ਤੇ ਸਾਨੂੰ ਵਾਪਸ ਹੁਣ ਕੀ ਮਿਲਣੇ। ਕਾਰਨ ਕੀ ਸੀਗਾ ਤੁਹਾਡੇ ਤੇ ਟੌਰਚਰ ਦਾ? ਸਿੱਖ ਪਹਿਰਾਵਾ? ਹਾਂਜੀ, ਬਿਲਕੁਲ ਸਿੱਖ ਪਹਿਰਾਵਾ ਜੀ। ਹਾਂਜੀ, ਪੜ੍ਹਦੇ ਮਤਲਬ ਤੁਸੀਂ ਕਹਿੰਦੇ ਹੋ 8ਵੀਂ ਤੇ 12ਵੀਂ ਜਮਾਤ 'ਚ ਪੜ੍ਹਦੇ ਸੀ, ਇੰਨੇ ਛੋਟੇ ਨੌਜਵਾਨਾਂ ਨੂੰ ਉਦੋਂ ਤੰਗ ਕੀਤਾ ਜਾਂਦਾ ਸੀ ਉਸ ਦੌਰ ਦੇ ਵਿੱਚ? ਹਾਂਜੀ, ਜਿਹੜੇ ਅਸੀਂ ਟਕਸਾਲ ਦੇ ਨੇੜੇ ਵਾਲੇ ਪਿੰਡ ਆ ਜੀ, ਸਾਡੇ ਛੋਟੇ ਬੱਚੇ ਚੁੱਕ ਕੇ ਵੀ ਇਹਨਾਂ ਨੇ ਝੂਠੇ ਮੁਕਾਬਲੇ ਬਣਾਏ ਗਏ, ਜਿਹੜੇ ਕਿ ਜਾਣੀ ਕਿ ਅਸੀਂ ਸਿੱਖ ਪੰਥਕ ਹੋਣ ਕਰਕੇ ਸਾਨੂੰ ਬਹੁਤ ਘਾਟਾ ਪਿਆ। ਤੇ ਉਹ ਜਦੋਂ ਉਹ ਸਾਰਾ ਵਾਕਿਆ ਵਾਪਰਿਆ ਸੀਗਾ ਸਾਹਿਬ ਸਿੰਘ ਦੇ ਨਾਲ, ਤੁਹਾਡੇ ਵੱਡੇ ਭਰਾ ਦੇ ਨਾਲ, ਉਹ ਕਿਵੇਂ ਹੋਇਆ ਸੀ, ਉਹ ਵੀ ਜ਼ਰੂਰ ਦੱਸੋ। ਉਹ ਇੱਥੇ ਜੀ ਕਾਲਾ ਦੌਰ ਚੱਲਿਆ, ਸਾਡੇ ਫਾਦਰ ਸਾਹਿਬ ਨੇ ਸਾਨੂੰ ਗੱਡੀਆਂ ਤੇ ਭੇਜ ਦਿੱਤਾ ਬਾਹਰ, ਪੰਜਾਬ ਤੋਂ ਬਾਹਰ ਅਸੀਂ ਰਹੇ। ਇਹ ਉਹਨੂੰ ਮੁੜ ਕੇ MP ਦੀ ਪੜ੍ਹਾਈ ਵਿੱਚੋਂ ਹੀ ਛੱਡ ਕੇ? ਹਾਂਜੀ, ਪੜ੍ਹਾਈ ਅਸੀਂ ਛੱਡ ਗਏ ਦੋਵੇਂ ਭਰਾ ਜੀ। ਫਿਰ ਉਹ MP ਦੇ ਵਿੱਚੋਂ ਇਹਨਾਂ ਫੜ ਕੇ ਲਿਆਂਦਾ, ਅੰਮ੍ਰਿਤਸਰ ਪੁਲਿਸ ਨੂੰ ਦਿੱਤਾ ਗਿਆ, ਉੱਥੋਂ ਫਿਰ ਅੱਗੇ ਦਿੱਤਾ ਇਹਨਾਂ ਮਹਿਤੇ ਪੁਲਿਸ ਨੂੰ ਦਿੱਤਾ। 3 ਦਿਨ ਦੇ ਰਿਮਾਂਡ ਤੇ ਦਿੱਤਾ ਸੀ ਇਹਨਾਂ, ਦੂਸਰੇ ਦਿਨ ਹੀ ਉਹਦਾ ਫੇਕ ਐਨਕਾਊਂਟਰ ਕਰਤਾ। ਉਦੋਂ ਤੁਸੀਂ ਨਾਲ ਸੀਗੇ ਜਦੋਂ ਫੜਿਆ ਗਿਆ? MP ਦੇ ਵਿੱਚੋਂ ਕਿਉਂ? MP ਮੈਂ ਕਲਕੱਤੇ ਸੀਗਾ, ਉਹ ਇੱਧਰ ਸੀਗਾ MP 'ਚ। ਕੁਝ ਤਾਂ ਪੁਲਿਸ ਨੇ ਦੱਸਿਆ ਹੋਣਾ ਵੀ ਕਿਉਂ ਫੜਿਆ ਗਿਆ? ਉਹਨੂੰ ਇਹ ਹੀ ਕਰੀ ਗਏ ਜੀ, ਇਹਦੇ ਉੱਤੇ ਇੰਨੇ ਕਤਲਾਂ ਦਾ ਵਾ, 500 ਕਤਲ ਦਾ ਇਹਨਾਂ ਕਿਹਾ ਸੀ, ਇੱਕ ਵੀ FIR ਜਿਹੜੀ ਆ ਸਾਬਤ ਨਹੀਂ ਹੋਈ। 500 ਕਤਲ ਕਿਹਦੇ? ਇਦਾਂ ਹੀ ਜੀ, ਇਹ ਝੂਠੇ ਹੀ ਬਣਾਈ ਜਾਂਦੇ ਸੀਗੇ ਵੀ ਕਦੀ ਇਹਦਾ ਤੁਸੀਂ ਕਤਲ ਕੀਤਾ, ਉਹਦਾ ਕੀਤਾ, ਉਹਨੂੰ ਘਰੋਂ ਬਘਾਰੀ ਰੱਖਿਆ ਇਹਨਾਂ ਨੇ। ਤੇ ਕਿੰਨਾ ਟਾਈਮ ਉਹ ਚੱਲਦਾ ਰਿਹਾ ਜਿਹੜਾ ਤੁਸੀਂ ਕਿਹਾ ਵੀ ਗ੍ਰਿਫਤਾਰ ਕੀਤਾ? 7 ਸਾਲ ਸਾਡੇ ਨਾਲ ਇਦਾਂ ਹੀ ਪਹਿਲਾਂ ਚੱਲਦਾ ਰਿਹਾ, ਮੁੜ ਕੇ ਇਹਨਾਂ ਨੇ ਉਹਨੂੰ ਉੱਥੋਂ MP 'ਚੋਂ ਫੜ ਕੇ ਇੱਥੇ ਲਿਆ ਕੇ ਉਹਦਾ ਐਨਕਾਊਂਟਰ ਕਰਤਾ। ਉਹ ਫਿਰ ਐਨਕਾਊਂਟਰ ਦੀ ਜਿਹੜੀ ਕਹਾਣੀ ਸੀ, ਉਹਦੇ 'ਚ ਹੁਣ ਕੀ ਸਾਬਿਤ ਹੋਇਆ ਹੈਗਾ? ਉਹਦੇ ਵਿੱਚ ਕੁਝ ਵੀ ਨਹੀਂ ਨਿਕਲਿਆ ਮੈਡਮ ਜੀ। ਜਿੱਦਾਂ ਲਾ ਲਓ, ਇਹਨਾਂ ਨੇ ਉਹਦੇ ਵਿੱਚ 500 ਕਤਲ ਦਾ ਕਿਹਾ ਸੀਗਾ, ਉਹਦੇ ਵਿੱਚ ਵੀ ਕੋਈ FIR ਨਹੀਂ। ਫਿਰ ਇਹਨਾਂ ਜਿਹੜਾ ਉਹਦਾ ਝੂਠਾ ਮੁਕਾਬਲਾ ਬਣਾਇਆ ਸੀ, ਉਹਦੇ ਵਿੱਚ ਕੁਝ ਨਹੀਂ ਨਿਕਲਿਆ। ਇਹਨਾਂ ਕੋਲ ਕੋਈ ਇੱਕ ਪੇਪਰ ਤੱਕ ਨਹੀਂ ਕੋਰਟ ਨੂੰ ਦਿੱਤਾ ਗਿਆ। ਸੋ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਅੱਜ 30 ਸਾਲਾਂ ਬਾਅਦ? ਤੁਹਾਡੀ ਉਮਰ ਕਿੰਨੀ ਹੈ? ਮੇਰੀ 33 ਸਾਲ ਉਮਰ ਹੈ। ਉਦੋਂ ਤੁਸੀਂ ਬਹੁਤ ਛੋਟੇ ਸੀਗੇ, ਤੁਸੀਂ ਕੀ ਲੱਗਦੇ ਹੈਗੇ ਹੋ ਉਹਨਾਂ ਦੇ? ਮੇਰਾ ਚਾਚਾ ਜੀ ਬਲਵਿੰਦਰ ਸਿੰਘ, ਮੈਂ ਭਤੀਜਾ ਉਹਨਾਂ ਦਾ ਜੀ। ਤੇ ਅੱਜ ਪਰਿਵਾਰ ਦੇ ਨਾਲ ਵੀ ਗੱਲ ਤੁਹਾਡੀ ਹੋ ਚੁੱਕੀ ਹੈ ਕਿ ਇਸ ਕੇਸ ਦੇ ਵਿੱਚ ਇਨਸਾਫ ਮਿਲਿਆ? ਹਾਂਜੀ, ਹੋ ਚੁੱਕੀ ਹੈ ਵੀ ਸਾਨੂੰ ਅੱਜ ਇਨਸਾਫ 30 ਸਾਲਾਂ ਬਾਅਦ ਮਿਲਿਆ। ਪਰ ਸਾਡਾ ਦਾਦਾ ਦਾਦੀ ਜੀ ਵੀ ਇਹ ਕੇਸ ਦੀ ਪੈਰਵਾਈ ਕਰਦੇ ਮਤਲਬ ਉਹਨਾਂ ਦੀ ਵੀ ਮੌਤ ਹੋ ਚੁੱਕੀ ਇਹੀ ਦਿਨ ਵੇਖਦਿਆਂ, ਤੇ ਅੱਜ ਉਹ ਵੀ ਪਰਿਵਾਰ ਦੇ ਵਿੱਚ ਨਹੀਂ ਰਹੇ। ਜੀ। ਤੇ ਸੰਤੁਸ਼ਟ ਹੋ ਤੁਸੀਂ ਫੈਸਲੇ ਤੋਂ? ਹਾਂਜੀ, ਸੰਤੁਸ਼ਟ। ਸਾਡੇ ਨਾਲ ਵਕੀਲ ਸਾਹਿਬ ਵੀ ਮੌਜੂਦ ਨੇ, ਸਤਨਾਮ ਸਿੰਘ ਬੈਂਸ ਅਤੇ ਜਗਜੀਤ ਸਿੰਘ ਬਾਜਵਾ ਹੁਣੀ। ਵਕੀਲ ਸਾਹਿਬ, ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਕੇਸ ਦੇ ਨਾਲ ਜੁੜੇ ਹੋਏ? ਵੇਖੋ ਜੀ, ਅਸੀਂ ਇਸ ਕੇਸ ਦੇ ਨਾਲ 2016 ਤੋਂ ਜੁੜੇ ਹਾਂ। ਜਦੋਂ ਤੋਂ ਇਹ ਪਹਿਲੋਂ ਸੁਪਰੀਮ ਕੋਰਟ ਦੇ ਵਿੱਚ ਸਟੇ ਸੀ, ਉਸ ਟਾਈਮ ਸਤਨਾਮ ਸਿੰਘ ਬੈਂਸ ਜਿਹੜੇ ਉੱਥੇ ਕੋਲਨ ਗੰਜ਼ਾਲਵੇਜ਼ ਦੇ ਨਾਲ ਇਹਨਾਂ ਨੇ ਪੈਰਵਾਈ ਕੀਤੀ ਤੇ ਸਟੇ ਜਿਹੜਾ ਵਕੇਟ ਹੋਇਆ 2016 ਦੇ ਵਿੱਚ, ਜਿਹੜਾ 2004 ਤੋਂ ਪਹਿਲੋਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ, ਉਸ ਤੋਂ ਬਾਅਦ ਸੁਪਰੀਮ ਕੋਰਟ ਆਫ ਇੰਡੀਆ ਦੇ ਵਿੱਚ ਸਟੇ ਸੀ।
ਇਹਨਾਂ ਦੇ ਯਤਨਾਂ ਸਦਕਾ ਹੀ ਉੱਥੇ ਇਹ ਜਿਹੜਾ ਸਟੇ ਵਕੇਟ ਹੋਇਆ ਤੇ 2016 ਤੋਂ ਬਾਅਦ ਚ ਇੱਥੇ ਟ੍ਰਾਇਲ ਜਿਹੜੇ ਸ਼ੁਰੂ ਹੋਏ। ਪਰ ਇੱਥੇ ਆਣ ਕੇ ਫਿਰ ਇਸ ਕੇਸ ਦੇ ਵਿੱਚ ਨਵੀਂ ਪਲੀ ਲੈ ਕੇ ਦੁਬਾਰਾ ਫਿਰ ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਇਹ ਕੇਸ ਸਟੇ ਹੋ ਗਿਆ, ਜਿਹੜਾ 2019 ਦੇ ਵਿੱਚ ਜਦੋਂ ਇਹ ਸਟੇ ਵਕੇਟ ਹੋਇਆ ਤੇ ਉਸ ਤੋਂ ਬਾਅਦ ਜਿਹੜਾ ਇਹਦਾ ਟ੍ਰਾਇਲ ਚੱਲਿਆ। ਥੋੜਾ ਟਾਈਮ ਹੀ ਟ੍ਰਾਇਲ ਚੱਲਣ ਤੋਂ ਬਾਅਦ ਕਰੋਨਾ ਕਾਲ ਆ ਗਿਆ, ਫਿਰ 1.5 ਸਾਲ ਇਹ ਲਟਕਦਾ ਰਿਹਾ। ਹੁਣ 22 ਦੇ ਵਿੱਚ ਆਣ ਕੇ ਜਿਹੜਾ ਇਹਦਾ ਫੈਸਲਾ 30 ਸਾਲਾਂ ਬਾਅਦ ਆਇਆ। ਇਹ 13 ਸਤੰਬਰ 1992 ਦੀ ਗੱਲ ਆ ਤੇ 13 ਸਤੰਬਰ 2022 ਜਿਹੜਾ ਆਉਣ ਵਾਲਾ ਪੂਰੇ 30 ਸਾਲ ਥੋੜੇ ਦਿਨਾਂ ਨੂੰ ਇਹਨੂੰ ਹੋ ਜਾਣੇ ਆ। 30 ਸਾਲਾਂ ਬਾਅਦ ਜਿਹੜਾ ਇਹਦਾ ਫੈਸਲਾ ਆਇਆ ਵਾ ਜੀ। ਤੇ ਕੀ ਤੁਸੀਂ ਵੀ ਕੀ ਰਾਹਤ ਮਹਿਸੂਸ ਕਰ ਰਹੇ ਹੋ ਇਸ ਕੇਸ ਦੇ ਵਿੱਚ, ਕਿਉਂਕਿ ਇਹੋ ਜਿਹੇ ਕੇਸਾਂ ਦੇ ਵਿੱਚ ਇਨਸਾਫ ਬੜਾ ਲੰਬਾ ਹੋ ਜਾਂਦਾ ਹੈ? ਵੇਖੋ, ਜੇ ਤੇ ਕੋਈ ਰਾਹਤ ਵਾਲੀ ਗੱਲ ਹੋਏ ਨਾ, ਰਾਹਤ ਤੇ ਕੋਈ ਮਹਿਸੂਸ ਨਹੀਂ ਆਪਾਂ ਕਰ ਸਕਦੇ, ਨਾ ਪਰਿਵਾਰ ਨੂੰ ਅਸੀਂ ਰਾਹਤ ਸਮਝ ਸਕਦੇ ਆ ਵੀ ਕੋਈ ਮਿਲੀ ਆ। ਪਰ ਜਿਹੜਾ ਇਹਨਾਂ ਦੇ ਪਰਿਵਾਰ ਦੇ ਉੱਤੇ ਇੱਕ ਅੱਤਵਾਦੀ ਹੋਣ ਦਾ ਕਲੰਕ ਪੰਜਾਬ ਪੁਲਿਸ ਨੇ ਲਾ ਦਿੱਤਾ ਗਿਆ ਸੀ, ਉਹ ਕਲੰਕ ਧੋਣ ਦੇ ਵਿੱਚ ਅਸੀਂ ਜਿਹੜਾ ਸਾਬਤ ਹੋਏ ਆ। ਇੰਨੀ ਰਾਹਤ ਜ਼ਰੂਰ ਮਹਿਸੂਸ ਕਰਦੇ ਆ ਵੀ ਜਿਹੜਾ ਇਹਨਾਂ ਦਾ ਸਿਰ ਆ ਫਖਰ ਦੇ ਨਾਲ ਉੱਚਾ ਹੋਊਗਾ ਵੀ ਜਿਹੜਾ ਸਾਨੂੰ ਹੀ ਨਹੀਂ, ਇਹਨਾਂ ਦੇ ਪਰਿਵਾਰ ਨੂੰ ਨਹੀਂ, ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਜਿਹੜਾ ਅੱਤਵਾਦੀ ਕਹਿ ਕੇ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਮਾਰ ਦਿੱਤਾ ਗਿਆ ਤੇ ਅੱਤਵਾਦੀ ਗਰਦਾਨ ਦਿੱਤਾ ਗਿਆ, ਉਹਦੇ ਵਿੱਚ ਜਿਹੜਾ ਇਨਸਾਫ ਥੋੜਾ ਬਹੁਤਾ ਹੋਇਆ ਵਾ। ਬਾਕੀ ਹੋਰ ਜੇ ਆਪਾਂ ਇਹ ਸੋਚੀਏ ਵੀ 30 ਸਾਲ ਪਹਿਲੋਂ ਜਿਹੜਾ ਬੰਦਾ ਕਮਾਈ ਕਰਨ ਵਾਲਾ ਸੀ ਉਹਨੂੰ ਝੂਠੇ ਮੁਕਾਬਲੇ ਦੇ ਵਿੱਚ ਮਾਰ ਦਿੱਤਾ ਗਿਆ ਤੇ 30 ਸਾਲਾਂ ਬਾਅਦ ਪਰਿਵਾਰ ਨੂੰ ਇਨਸਾਫ ਮਿਲਦਾ, ਜਿਹਦੀਆਂ ਤੀਜੀ ਪੀੜ੍ਹੀ ਨੂੰ ਇਨਸਾਫ ਮਿਲਦਾ, ਤੇ ਉਹਦੇ ਵਿੱਚ ਰਾਹਤ ਵਾਲੀ ਕੋਈ ਗੱਲ ਨਹੀਂ ਹੈਗੀ। ਬਹੁਤ ਡਿਲੇ ਹੋਇਆ ਵਾ। ਜੀ ਵਕੀਲ ਸਾਹਿਬ, ਤੁਹਾਨੂੰ ਵੀ ਲੱਗਦਾ ਕਿ ਦੇਰੀ ਨਾਲ ਮਿਲਿਆ ਇਨਸਾਫ ਨਹੀਂ ਹੁੰਦਾ? ਦੇਖੋ ਜੀ, ਇੱਕ ਕਹਾਵਤ ਆ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਤਾਂ ਅਸੀਂ 30 ਸਾਲ ਦਾ ਕਹਿ ਸਕਦੇ। ਦੇਖੋ, ਜੇ ਤੁਸੀਂ 5-7 ਸਾਲ ਬਾਅਦ ਵੀ ਟਰਾਇਲ ਚਲਾਉਣੇ ਆ ਤਾਂ ਮਤਲਬ ਕਿੰਨੇ ਵੀਕਨੈਸਿਸ ਪੈਦਾ ਹੋ ਜਾਂਦੇ ਕੇਸ ਵਿੱਚ, ਯਾਦਾਸ਼ਤ ਉਹ ਨਹੀਂ ਰਹਿੰਦੀ। ਤਾਂ ਮਤਲਬ ਜੱਜਸ ਦੀ ਇਹ ਵੀ ਜੱਜਮੈਂਟ ਹੁੰਦੀ ਆ ਵੀ 5-7 ਸਾਲ ਟੱਪਣੇ ਨਹੀਂ ਚਾਹੀਦੇ। ਤੁਸੀਂ 30 ਸਾਲ ਬਾਅਦ ਮਤਲਬ ਉਹ ਜਿਹੜਾ ਦੌਰ ਆ ਉਹ ਦੁਬਾਰਾ ਮਤਲਬ ਕੋਰਟ ਵਿੱਚ ਤੁਸੀਂ ਸਾਹਮਣੇ ਲਿਆਉਣੇ, ਅਕਿਊਜ਼ਡ ਉਹਦਾ ਮੈਕਸਿਮਮ ਫਾਇਦਾ ਉਠਾਉਂਦੇ ਆ। ਹੁਣ 44 ਕੇਸ ਸੀਗੇ CBI ਕੋਰਟ 'ਚ, ਮਤਲਬ ਜਿਹੜੇ CBI ਨੇ ਇਨਵੈਸਟੀਗੇਟ ਕੀਤੇ। ਤਾਂ ਅਸੀਂ ਹੋਰ ਵੀ ਤੁਹਾਨੂੰ ਕੇਸ ਦਿਖਾ ਸਕਦੇ ਹਾਂ। ਮਤਲਬ ਪਹਿਲੀ ਚੀਜ਼, ਉਹ ਜਦ ਸਟੇ ਟੁੱਟੀ ਇਸ ਕੇਸਾਂ ਵਿੱਚ ਤਾਂ CBI ਦੇ ਜਿਹੜੇ ਪ੍ਰੋਸੀਕਿਊਟਰ ਨੇ PP ਸਾਹਿਬ, ਉਹ ਪੁੱਛਦੇ ਸੀਗੇ ਵੀ ਗਵਾਹ ਕਿੰਨੇ ਆ। ਤਾਂ ਤੁਸੀਂ ਮਤਲਬ ਇੱਕ ਲਿਸਟ ਜਿਹੜੀ ਗਵਾਹਾਂ ਦੀ ਹੁੰਦੀ ਆ ਉਹ 'ਚ ਤੁਸੀਂ ਡਿਸੀਜ਼ ਕਈ ਕੇਸਾਂ 70-75% ਗਵਾਹ ਮਰ ਚੁੱਕੇ ਆ। ਤਾਂ ਮਤਲਬ ਇਹਨਾਂ ਦੀ ਟੈਕਟਿਕ ਇਹ ਸੀਗੀ ਵੀ ਕੇਸਾਂ ਨੂੰ ਅਸੀਂ ਲਟਕਾਈਏ। ਇਹਨਾਂ ਨੂੰ ਇਹ ਵੀ ਦਲੀਲਾਂ ਦਿੱਤੀਆਂ ਗਈਆਂ ਵੀ ਇਹ ਕੇਸ ਲਟਕ ਜਾਣਗੇ, ਇਹਨਾਂ ਹੌਲੀ ਆਪੇ ਮਰ ਜਾਣਗੇ, ਤਾਂ ਮਤਲਬ ਤੁਸੀਂ ਬਰੀ ਹੋਣਾ। ਮਤਲਬ ਇਹੀ ਇਹਨਾਂ ਨੂੰ ਪੁਲਿਸ ਅਧਿਕਾਰੀਆਂ ਨੂੰ ਇਹ ਸਮਝਾਇਆ ਸੀਗਾ ਵੀ ਲੌਂਗ ਗੇਮ ਤੁਸੀਂ ਇਹ ਕੇਸਾਂ ਨਾ ਖੇਲੋ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਜਿਹੜੇ ਇੱਦਾਂ ਦੇ ਪਰਿਵਾਰ ਨੇ, ਗਵਾਹ ਵੀ, ਮਤਲਬ ਜੇ ਤੁਸੀਂ ਕਿਸੇ ਮਾਤਾ ਨੂੰ ਕਹਿ ਦਿਓ ਵੀ ਤੁਹਾਡੀ ਅੱਖਾਂ ਦੇ ਸਾਹਮਣੇ ਤੁਹਾਡੇ ਪੁੱਤਰ ਨੂੰ ਚੁੱਕਿਆ ਗਿਆ, ਤੁਸੀਂ ਭਾਵੇਂ ਕੱਲ੍ਹ ਉਹਦੀ ਗਵਾਹੀ ਕਰਵਾ ਲਓ, 5 ਸਾਲਾਂ ਨੂੰ ਕਰਵਾ ਲਓ, 20 ਸਾਲਾਂ ਨੂੰ ਕਰਵਾ ਲਓ, 40 ਸਾਲ ਵੀ ਬੀਤ ਜਾਣਗੇ, ਉਹਨਾਂ ਨੂੰ ਤਾਂ ਉਹ ਸੀਨ ਇਸ ਤਰ੍ਹਾਂ ਚੇਤਾ ਜਿੱਦਾਂ ਕੱਲ੍ਹ ਦੀ ਵੀਡੀਓ ਬਣੀ ਹੁੰਦੀ ਆ। ਸੋ ਅਸੀਂ ਉਹਨਾਂ ਦੇ ਸਾਹਮਣੇ ਸਾਡਾ ਤਾਂ ਸਿਰ ਝੁਕਦਾ ਵੀ ਮਤਲਬ ਬੜੀ ਦਲੇਰੀ ਦਿਖਾਈ। ਮਤਲਬ ਇਹ ਗਵਾਹਾਂ ਨੂੰ ਡਰਾਇਆ, ਧਮਕਾਇਆ, ਲਾਲਚ ਦੇਣ ਦੀ ਕੋਸ਼ਿਸ਼ ਕੀਤੀ। ਬਹੁਤ ਯਤਨ ਅੱਜ ਤੱਕ ਵੀ ਵਰਤੇ ਜਾਂਦੇ ਆ ਵੀ ਇਹ ਕੇਸਾਂ ਨੂੰ ਡੀਰੇਲ ਕਰਨ ਵਾਸਤੇ, ਪਰ ਇਹ ਆਪਣੇ ਸਟੈਂਡ 'ਤੇ ਰਹੇ। ਹੁਣ ਦੇਖ ਭਾਈ ਸ਼ਮਸ਼ੇਰ ਸਿੰਘ ਦੱਸ ਰਹੇ ਨੇ ਵੀ ਇਹਨਾਂ ਦੀ ਦਾਦਾ ਨੇ ਕਿੰਨੇ ਉਪਰਾਲੇ ਕੀਤੇ, ਕਿੰਨੀਆਂ ਕੋਸ਼ਿਸ਼ਾਂ ਕੀਤੀਆਂ। ਹੁਣ ਜੇ ਉਸ ਟਾਈਮ ਕੋਈ ਉਹਨਾਂ ਨਾਲ ਬੈਠਦਾ ਤਾਂ ਉਹਨਾਂ ਨੂੰ ਇਹ ਸਮਝਾਉਂਦਾ ਵੀ ਚਲੋ ਤੁਸੀਂ ਰਿਟ ਲਾਈ ਆ, ਤੁਸੀਂ CBI ਇਨਕੁਆਇਰੀ, ਇਹ ਬੜੀ ਹਿੰਮਤ ਦੇ ਨਾਲ ਇਹ ਚੀਜ਼ਾਂ ਹੋ ਰਹੀਆਂ ਵੀ ਮਤਲਬ ਤੁਸੀਂ ਤਾਂ ਰਹਿਣਾ ਨਹੀਂ, ਨਾ ਤੁਹਾਡੇ ਗਾਹਾਂ ਬੱਚਿਆਂ ਨੇ ਰਹਿਣਾ, ਤੀਸਰੀ ਪੀੜ੍ਹੀ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਵੀ ਉਹ ਦੇਖਣਗੇ ਵੀ ਤੁਸੀਂ ਹੁਣ ਇਹ ਸੋਚ ਸਮਝ ਕੇ ਇਹ ਕਦਮ ਚੁੱਕੋ ਵੀ ਚੁੱਕਣਾ ਚਾਹੀਦਾ ਕਿ ਨਹੀਂ ਚੁੱਕਣਾ ਚਾਹੀਦਾ। ਤਾਂ ਕਿੰਨਾ ਡਿਮੋਰਲਾਈਜ਼ ਇੱਕ ਪਰਿਵਾਰ ਹੋ ਜਾਂਦਾ ਆ। ਤਾਂ ਇਹਨਾਂ ਦਾ ਹੋਰ ਵੀ ਪਰਿਵਾਰ ਅਸੀਂ ਦੇਖੇ ਆ, ਜਦ ਉਹਨਾਂ ਦੀ ਇੰਟਰਵਿਊਆਂ ਅਸੀਂ ਸ਼ੁਰੂ 'ਚ ਕੀਤੀਆਂ ਵੀ ਮਤਲਬ ਕਿਸੇ ਨੇ ਪਿਆਲੀ ਵੇਚੀ, ਮਤਲਬ ਜਿੰਨੀ ਗਿਰਾਵਟ ਸੀਗੀ ਪਰਿਵਾਰ ਦੀ ਉਸ ਟਾਈਮ ਦੀ, ਵੀ ਜਿਹੜਾ ਸਾਡਾ ਮੇਨ ਬ੍ਰੈਡ ਵਿਨਰ ਆ ਉਹਨੂੰ ਮਾਰ ਦਿੱਤਾ ਗਿਆ, ਪਰ ਬਾਅਦ 'ਚ ਹੀ ਹੋਰ ਕਿੰਨੀ ਗਿਰਾਵਟ
ਰੁਕਾਵਟ ਆਈ ਤਾਂ ਬੜੀ ਦੁੱਖ ਵਾਲੀ ਗੱਲ ਆ ਵੀ ਕਿਸੇ ਮਤਲਬ ਇਨਸਾਨ ਨੂੰ ਇੰਨੇ ਲੰਬੇ ਸਮੇਂ ਦੀ ਲੜਾਈ ਨਹੀਂ ਲੜਨੀ ਚਾਹੀਦੀ। ਵਕੀਲ ਸਾਹਿਬ ਤੁਸੀਂ ਕਿਹਾ ਕਿ 40 ਕੇਸ ਇਦਾਂ ਦੇ ਸੀਗੇ, ਮਤਲਬ ਉਹ 40 ਕੇਸਾਂ ਦੇ ਵਿੱਚ ਨਿਪਟਾਰਾ ਹੋ ਚੁੱਕਿਆ ਜਾਂ ਹਲੇ ਉਹ ਚੱਲ ਰਹੇ ਨੇ? ਉਹ ਇਸੇ ਤਰ੍ਹਾਂ ਡਿਸਅਪੀਅਰਡ ਨੌਜਵਾਨਾਂ ਦੇ? ਹਾਂਜੀ, ਦੇਖੋ ਜੀ, ਦੋ ਕੈਟਾਗਰੀਜ਼ ਨੇ ਕੇਸਾਂ ਦੇ। ਇੱਕ ਤਾਂ ਜਿਹੜੇ ਚੁੱਕ ਕੇ ਲਾਪਤਾ ਕੀਤੇ ਗਏ, ਉਹ ਸਭ ਤੋਂ ਔਖੇ ਕੇਸ ਆ ਪ੍ਰੋਸੀਕਿਊਟ ਕਰਨੇ, ਕਿਉਂਕਿ ਡੈੱਡ ਬੋਡੀ ਨਹੀਂ ਹੁੰਦੀ। ਤਾਂ ਇੰਡੀਅਨ ਲਾਅ ਦੇ ਮੁਤਾਬਕ ਜੇ ਡੈੱਡ ਬੋਡੀ ਨਹੀਂ ਹੈਗੀ ਤਾਂ ਤੁਸੀਂ ਉਹ ਮਰਡਰ ਨੂੰ ਸਾਬਤ ਨਹੀਂ ਕਰ ਸਕਦੇ। ਸੋ ਉਹਨਾਂ ਦਾ ਇੱਕ ਇਹ ਟੈਕਟਿਕ ਸੀਗਾ, ਬੰਦੇ ਤੁਸੀਂ ਅਗਵਾ ਕਰ ਦਿਓ ਤਾਂ ਜੇ ਕੇਸ ਪਏਗਾ ਵੀ 365 ਦਾ 364 ਦੀ ਧਾਰਾ ਲੱਗਦੀ, ਕਿਡਨੈਪਿੰਗ ਜਾਂ ਕਿਡਨੈਪਿੰਗ ਵਿਦ ਇੰਟੈਂਟ ਟੂ ਮਰਡਰ। ਆ ਪਿੱਛੇ ਜੇ 3 ਸਾਲ ਦੀ ਸਜ਼ਾ ਹੋਈ ਸੀਗੀ 365 CBI ਵਰਸਸ ਬਲਕਾਰ ਸਿੰਘ, ਕਿਉਂਕਿ ਇਹਨਾਂ ਨੂੰ ਪਤਾ ਸੀਗਾ ਵੀ ਇਹ ਸਾਰੀਆਂ ਟੈਕਟਿਕਸ ਗਾਹਾਂ ਇਹਨਾਂ ਨੂੰ ਕੰਮ ਆ ਜਾਣਗੀਆਂ ਵੀ ਲਾਸ਼ ਨਹੀਂ ਲੱਭੀ ਤਾਂ ਸਾਡਾ ਮਰਡਰ ਦਾ ਕੇਸ ਕਿੱਦਾਂ ਪੈ ਸਕਦਾ। ਜਿੱਥੇ ਤੱਕ ਸਾਨੂੰ ਹੁਣ ਪਤਾ ਹੀ ਆ ਵੀ ਇੰਨੀ ਗਿਣਤੀ ਦੇ ਨਾਲ ਤੁਸੀਂ ਮੁੰਡੇ ਚੁੱਕ ਕੇ ਅਗਵਾ ਕੀਤੇ, ਲਾਪਤਾ ਕੀਤੇ, ਮਰਡਰ ਨਹੀਂ ਤਾਂ ਹੋਰ ਕੀ ਹੋ ਸਕਦਾ। 30-35 ਸਾਲ ਉਹਨਾਂ ਦਾ ਕੁਝ ਪਤਾ ਨਹੀਂ ਹੈਗਾ। ਤਾਂ ਦੂਸਰੀ ਕੈਟਾਗਰੀ ਕੇਸ ਇਹ ਸੀਗੇ ਜਿਨ੍ਹਾਂ 'ਚ ਇਹਨਾਂ ਨੇ ਫੇਕ ਇਨਕਾਊਂਟਰ ਸ਼ੋਅ ਕੀਤੇ, ਜਿਸ ਤਰ੍ਹਾਂ ਇਹਨਾਂ ਦਾ ਉਹਦੇ ਵਿੱਚ ਉਹਨਾਂ ਨੇ ਲਾਸ਼ ਘਰਦਿਆਂ ਨੂੰ ਦਿੱਤੀ ਨਹੀਂ। ਹੁਣ ਮੰਨ ਕੇ ਚੱਲੀਏ ਵੀ ਹਾਂ ਵਾਕਈ ਇਹ ਇਨਕਾਊਂਟਰ ਹੋਇਆ ਤਾਂ ਫਿਰ ਲਾਸ਼ ਦਾ ਤੁਹਾਡੇ ਨਾਲ ਉਹ ਰੱਖਣ ਦਾ ਕੋਈ ਮਤਲਬ ਨਹੀਂ ਬਣਦਾ। ਉਹਨਾਂ ਨੇ ਲਾਸ਼ਾਂ ਦਾ ਫਿਰ ਅਨਕਲੇਮਡ ਅਨਆਈਡੈਂਟੀਫਾਈਡ ਕਰਕੇ ਸੰਸਕਾਰ ਕੀਤੇ ਨੇ ਦੁਰਗਿਆਣਾ ਮੰਦਿਰ। ਹਾਂਜੀ, ਉਹ ਲਿਸਟ ਜਿਹੜੀ ਭਾਈ ਜਸਵੰਤ ਸਿੰਘ ਖਾਲੜੇ ਨੇ ਜਾਰੀ ਕੀਤੀ ਸੀਗੀ ਵੀ ਇਹਨਾਂ ਨੇ ਹਜ਼ਾਰਾਂ ਦੇ ਮਤਲਬ ਗਿਣਤੀ ਦੇ ਨਾਲ ਇਸੇ ਪੈਟਰਨ ਵਿੱਚ ਪੰਜਾਬ ਪੁਲਿਸ ਪਹਿਲਾਂ ਮਾਰਦੀ ਰਹੀ, ਨਜਾਇਜ਼ ਹਿਰਾਸਤ 'ਚ ਰੱਖ ਕੇ। ਤਾਂ ਫਿਰ ਇਹਨਾਂ ਨੇ ਆਪਣੇ ਕ੍ਰਾਈਮ ਨੂੰ ਕੰਸੀਲ ਕਰਨ ਵਾਸਤੇ ਬੋਡੀਜ਼ ਨੂੰ ਅਨਕਲੇਮਡ ਅਨਆਈਡੈਂਟੀਫਾਈ ਦਾ ਦਰਜਾ ਦੇ ਕੇ ਤਾਂ ਘਰਦਿਆਂ ਨੂੰ ਦਿੱਤੀ ਨਹੀਂ ਗਈ। ਸੋ ਤੁਸੀਂ ਇਹ ਦੇਖ ਸਕਦੇ ਆ ਮਤਲਬ ਇਹ 4-5 ਫੈਕਟਰਸ ਕਿੰਨੇ। ਪਹਿਲੀ ਗੱਲ ਤਾਂ ਇਹ ਆ ਜਿਹੜੇ ਕਾਨੂੰਨ ਦੇ ਰਖਵਾਲੇ ਆ, ਜਿਨ੍ਹਾਂ ਨੇ ਸਾਡੇ ਸਿਟੀਜ਼ਨ ਨਾਗਰਿਕਾਂ ਦੀ ਹਿਫਾਜ਼ਤ ਕਰਨੀ ਆ, ਉਹਨਾਂ ਨੇ ਕਿਹੜੇ ਕੰਮ ਕੀਤੇ। ਮਤਲਬ ਇਸ ਕੇਸ ਵਿੱਚ ਮੱਧ ਪ੍ਰਦੇਸ਼ ਤੋਂ ਪ੍ਰੋਡਕਸ਼ਨ ਆਰਡਰ ਲੈ ਕੇ ਇਹਨਾਂ ਨੂੰ ਇਲੀਗਲ ਕਸਟਡੀ 'ਚ ਮਤਲਬ ਕਸਟਡੀ 'ਚ ਇਹਨਾਂ ਦੀ ਰਿਮਾਂਡ ਲੈ ਲਈ। ਤਾਂ ਫਿਰ ਇਹਨਾਂ ਨੇ ਇੱਕ ਕਹਾਣੀ ਘੜੀ, ਨਾਲੇ ਇਹ ਕੋਈ ਵਿਰਲੀ ਕਹਾਣੀ ਨਹੀਂ ਸੀਗੀ। ਅਸੀਂ ਤੁਹਾਨੂੰ ਇਹੋ ਜਿਹੇ ਕਮ ਸੇ ਕਮ 300 ਜਾਂ 400 FIRਾਂ ਜੇ 'ਚ ਕਾਪੀ ਪੇਸਟ ਤੁਸੀਂ ਕਹਿ ਸਕਦੇ, ਇੱਕੋ ਜਿਹੀ ਕਹਾਣੀ ਅਸੀਂ ਇਹਨਾਂ ਦੀ ਮਤਲਬ ਕਸਟਡੀ 'ਚ ਇਹਨਾਂ ਨੂੰ ਰੱਖਿਆ। ਫਿਰ ਇਹਨਾਂ ਨੇ ਸਾਨੂੰ ਡਿਸਕਲੋਜ਼ਰ ਸਟੇਟਮੈਂਟ ਦਿੱਤੀ ਵੀ ਅਸੀਂ ਹਥਿਆਰ ਨਾਪੇ ਹੋਏ ਆ, ਦੱਬੇ ਹੋਏ ਆ ਕਿਸੇ ਪਿੰਡ 'ਚ। ਇਸ ਪਿੰਡ 'ਚ ਦਾਰਦਿਓ ਪਿੰਡ ਉੱਧਰ ਪੈ ਰਿਹਾ ਮੇਤੇ ਦੇ ਕੋਲ। ਤਾਂ 13 ਸਤੰਬਰ ਨੂੰ ਇਹ ਸਾਰੀ ਵਾਕਿਆ ਹੋਈ। 11:30 ਦਾ ਟਾਈਮ ਸੀਗਾ, ਇਹਨਾਂ ਨੂੰ ਪੁਲਿਸ ਪਾਰਟੀ ਲੈ ਗਈ। ਸੋ ਇਹ ਪੂਰੀ ਪਲੈਨਿੰਗ ਸੀਗੀ ਰਾਤ ਨੂੰ ਇਹਨਾਂ ਨੂੰ ਲਿਜਾਣਾ, ਕਿਉਂਕਿ ਕਸਟਡੀ 'ਚ ਤੁਸੀਂ ਇਹਨਾਂ ਨੂੰ ਮਾਰ ਨਹੀਂ ਸਕਦੇ। ਇਹਨਾਂ ਨੇ ਫਿਰ ਉੱਥੇ ਲਿਜਾ ਕੇ ਗੋਲੀਆਂ ਮਾਰੀਆਂ, ਉਹਨਾਂ ਦਾ ਜੋ ਵੀ ਕੀਤਾ ਇਹ ਅਸਲੀਅਤ ਜੋ ਵੀ ਹੈ ਮਤਲਬ ਇੱਕ ਝੂਠੀ ਕਹਾਣੀ ਜਿਹੜੀ ਇਹਨਾਂ ਨੇ ਘੜੀ ਸੀ ਤੇ ਸੱਚੀ ਕਹਾਣੀ ਘੜੀ ਸੀ, ਉਹ ਥੋੜੀ ਜੀ ਤੁਸੀਂ ਜ਼ਰੂਰ ਬਰੀਫ। ਹਾਂਜੀ, ਤਾਂ ਇਹ ਕਹਾਣੀ ਜਿਹੜੀ ਸੀਗੀ ਬੇ ਕਾਪੀ ਪੇਸਟ ਡਿਟੋ ਉਹੀ ਕਹਾਣੀ ਸੀਗੀ। ਬੇ ਜਦ ਅਸੀਂ ਉੱਥੇ ਜਗ੍ਹਾ ਤੇ ਪਹੁੰਚੇ ਤਾਂ ਉੱਥੋਂ ਅਣਪਛਾਤੇ ਖੜਕੂਆਂ ਨੇ ਸੱਤੇ ਫਾਇਰਿੰਗ ਕੀਤੀ। ਹੁਣ ਦੇਖੋ ਇਹਨਾਂ ਦੀ ਸਟੋਰੀਆਂ ਕਿਹੋ ਜਿਹੀਆਂ ਸੀਗੀਆਂ। 20 ਪੁਲਿਸ ਮੁਲਾਜ਼ਮ, ਪੂਰੀ ਫੋਰਸ, ਪੂਰੇ ਇਹਨਾਂ ਦੇ ਕੋਲ ਹਥਿਆਰ, ਤਾਂ 4 ਬੰਦੇ ਲਗਾਏ। ਪਹਿਲੀ ਗੱਲ ਤਾਂ ਇਹ ਆ ਵੀ ਜੇ ਤੁਸੀਂ ਰਿਕਵਰੀ ਕਰਨੀ ਇੱਕ ਬੰਦੇ ਨੂੰ ਲੈ ਜਾਓ, ਤੁਸੀਂ 3 ਬੰਦੇ ਲਿਜਾ ਰਹੇ ਆ ਰਿਕਵਰੀ ਕਰਨ ਵਾਸਤੇ। ਇੱਕ ਦੀ ਡਿਸਕਲੋਜ਼ਰ ਸਟੇਟਮੈਂਟ ਨਾਲ ਤੁਹਾਡਾ ਕੰਮ ਹੋ ਜਾਂਦਾ, ਲਗਾਏ 3 ਜਾਣੇ। ਤਾਂ ਦੂਸਰੀ ਗੱਲ ਆ ਵੀ ਜੇ ਤੁਸੀਂ ਉਸ ਸਮਿਆਂ 'ਚ ਜਦ ਪੂਰਾ ਮਾਹੌਲ ਖਰਾਬ ਸੀਗਾ ਪੰਜਾਬ ਵਿੱਚ, ਉਹਨਾਂ ਨੂੰ ਵੀ ਖਤਰਾ, ਤੁਹਾਨੂੰ ਵੀ ਖਤਰਾ, ਤੁਸੀਂ ਹੱਥ ਘੜੀ ਦੇ ਨਾਲ ਤੁਸੀਂ ਉਹਨਾਂ ਨੂੰ ਉੱਥੇ ਲਿਜਾ ਰਹੇ ਆ, ਤਾਂ ਫਿਰ ਅਣਪਛਾਤੇ ਖਾੜਕੂਆਂ ਨੇ ਫਾਇਰਿੰਗ ਕਰ ਦਿੱਤੀ। ਤੁਸੀਂ ਜਵਾਬ ਵਿੱਚ ਫਾਇਰਿੰਗ ਉਹਨਾਂ ਦਾ ਜਿਹੜਾ ਇਨਕਾਊਂਟਰ ਕੀਤਾ। ਫਿਰ ਬੰਦੇ ਉਹੀ ਮਰੇ ਆ ਜਿਹੜੇ ਬਿਲਕੁਲ ਨਿਹੱਥੇ ਸੀਗੇ ਤਾਂ ਨਿਰਦੋਸ਼ ਸੀਗੇ। ਤਾਂ ਉਹ ਸਟੋਰੀ ਇਹਨਾਂ ਨੇ FIR 'ਚ ਕਦੇ ਐਕਸਪਲੇਨ ਨਹੀਂ ਕੀਤੀ ਵੀ ਗੋਲੀ ਇਹਨਾਂ ਦੇ ਲੱਗੀ, ਤੁਹਾਡਾ ਬਾਲ ਨਹੀਂ ਵਿੰਗਾ ਹੋਇਆ, ਤੁਹਾਡੇ ਜਿਹੜੀ ਪੁਲਿਸ ਵਹੀਕਲਸ ਦੇ ਉੱਤੇ ਕੋਈ ਗੋਲੀਆਂ ਦਾ ਨਿਸ਼ਾਨ ਨਹੀਂ ਸੀਗਾ, ਤੁਸੀਂ ਇੰਨੇ ਚਿਰ ਦਾ ਮੁਕਾਬਲਾ ਉਹਨਾਂ ਨਾਲ ਕਰਦੇ ਰਹੇ। ਫਿਰ ਇਹਨਾਂ ਨੇ ਉਹ ਫੇਕ ਜਿਹੜੀ ਸਟੋਰੀ ਸੀਗੀ ਉਹਨੂੰ ਪੂਰੀ ਕਰਨ ਵਾਸਤੇ ਬੇਨੇ ਜੀ ਅਸੀਂ ਹਥਿਆਰ ਬਰਾਮਦ ਕੀਤੇ। ਤਾਂ ਇਹਨਾਂ ਦੀਆਂ ਲਾਸ਼ਾਂ ਦਾ ਜੇ ਉਹ ਸਾਰੀ ਗੱਲ ਹੁੰਦੀ ਫਿਰ ਅਨਕਲੇਮਡ ਅਨਆਈਡੈਂਟੀਫਾਈਡ ਕਿੱਦਾਂ ਬਣ ਗਏ, ਕਿਉਂਕਿ ਤੁਹਾਡੇ ਕਸਟਡੀ ਵਿੱਚ ਉਹਨਾਂ ਨੇ ਆਪਣਾ ਨਾਂ, ਪਤਾ, ਜਾਤ, ਪਿੰਡ ਪੂਰਾ ਦਿੱਤਾ ਹੋਇਆ।
ਤਾਂ ਪੋਸਟਮਾਰਟਮ 'ਚ ਸਾਰੇ ਡਿਟੇਲ, ਤਾਂ ਫਿਰ ਅਨਕਲੇਮਡ ਅਨਆਇਡੈਂਟੀਫਾਈਡ ਬੋਡੀ ਕਿੱਦਾਂ ਬਣ ਤੇ ਗਈ। ਇਹਨਾਂ ਕੇਸਾਂ ਦੇ ਵਿੱਚ ਵਕੀਲ ਸਾਹਿਬ ਫਿਰ ਗਵਾਹ ਹੈ ਜਿਹੜਾ ਉਹ ਕੋਈ ਫਿਜ਼ੀਕਲੀ ਤਾਂ ਹੁੰਦਾ ਨਹੀਂ, ਫਿਰ ਕੀ ਇਹ ਜਿਹੜੇ ਤੱਥ ਨੇ ਇਹਨਾਂ ਨੂੰ ਹੀ ਗਵਾਹ ਬਣਾਇਆ ਜਾਂਦਾ? ਕਿਵੇਂ ਇਹ ਕੇਸ ਨੇ ਜਿਹੜੇ ਉਹ ਇਦਾਂ ਸਾਬਿਤ ਹੁੰਦੇ ਨੇ ਸੱਚੇ ਝੂਠੇ? ਇਹ ਬਹੁਤ ਚੰਗਾ ਸਵਾਲ ਤੁਸੀਂ ਪੁੱਛਿਆ, ਕਿਉਂਕਿ ਦੋ ਚੀਜ਼ਾਂ 90% ਜਿਹੜੇ ਕੇਸ ਸੀਗੇ ਇਹਨਾਂ ਨੂੰ ਨਜਾਇਜ਼ ਘਰੋਂ ਚੁੱਕਿਆ ਜਾਂਦਾ ਸੀਗਾ, ਤਾਂ ਇਲੀਗਲ ਕਸਟਡੀ ਉਹ ਸ਼ੋ ਨਹੀਂ ਸੀ ਕਰਦੇ। ਤਾਂ ਕੁਝ ਸਿਨਾਰੀਓ ਇਸ ਤਰ੍ਹਾਂ ਦਾ ਹੁੰਦਾ ਸੀਗਾ ਵੀ ਘਰੋਂ ਚੁੱਕ ਲਿਆ, ਫੇ ਜਿਹੜੇ ਪਰਿਵਾਰ ਦੇ ਮੈਂਬਰ ਪੰਚਾਇਤ ਨੂੰ ਲਿਜਾ ਕੇ ਉੱਥੇ ਮਿੰਨਤਾਂ ਤਾਲੇ ਕਰਕੇ ਵੀ ਸਾਡੇ ਬੰਦੇ ਨੂੰ ਛੱਡ ਦਿਓ, ਜਾਂ ਮਤਲਬ ਕੁਝ ਦਿਨਾਂ ਵਾਸਤੇ ਇਹ ਮਤਲਬ ਸਿਲਸਿਲਾ ਚੱਲਦਾ ਰਿਹਾ ਵੀ ਬੰਦਾ ਸਾਡਾ ਛੱਡ ਦਿਓ। ਜਦ ਇਹਨਾਂ ਨੇ ਆਪਣਾ ਫੈਸਲਾ ਕਰ ਲਿਆ ਵੀ ਇਹਨਾਂ ਨੂੰ ਮਾਰਨਾ ਹੀ ਆ, ਤਾਂ ਫਿਰ ਇਹਨਾਂ ਨੇ ਆਹ ਸਟੋਰੀਆਂ ਬਣਾਈਆਂ। ਤਾਂ ਇਹ ਦੋ ਪੱਖੋਂ ਇਹਨਾਂ ਦੀਆਂ ਸਟੋਰੀਆਂ ਫੇਲ ਹੁੰਦੀਆਂ ਸੀਗੀਆਂ। ਇੱਕ ਤਾਂ ਜਿਹੜੀ ਇਹਨਾਂ ਨੇ ਕਹਾਣੀ ਬਣਾਈ ਵੀ ਬੰਦੇ ਅਸੀਂ ਫੜੇ ਕਿੱਦਾਂ, ਉੱਥੋਂ ਫੇਲ ਹੁੰਦੀਆਂ। ਤਾਂ ਦੂਸਰੇ ਪੱਖੋਂ ਇਹ ਜਿਹੜੀ ਫੇਕ ਐਨਕਾਊਂਟਰ, ਹੁਣ ਜੇ ਅਸਲੀ ਐਨਕਾਊਂਟਰ ਇਹ ਹੁੰਦਾ, ਇਹਨਾਂ ਨੇ ਨਾ ਕੋਈ ਪੰਜਾਬ ਸਰਕਾਰ ਦਾ ਅਫੀਸ਼ੀਅਲ ਸੱਦਿਆ ਆਪਣੀ ਡਿਫੈਂਸ ਵਿੱਚ ਵੀ ਵਾਕਈ ਸੱਚੀ ਐਨਕਾਊਂਟਰ ਸੀਗਾ। ਦੂਸਰੇ ਨੰਬਰ ਤੇ ਇਹਨਾਂ ਨੇ ਸੈਂਕਸ਼ਨ ਪਿੱਛੇ ਲੁਕਿਆ, ਕਿਉਂਕਿ ਜੇ ਕੋਈ ਅਫੀਸ਼ੀਅਲ ਵੀ ਆਪਣੀ ਜਿੱਦਾਂ ਇਹਨਾਂ ਨੂੰ ਉਸ ਟਾਈਮ ਹਦਾਇਤ ਦਿੱਤੀ ਸੀਗੀ ਪੰਜਾਬ ਡਿਸਟਰਬਡ ਏਰੀਆਜ਼ ਐਕਟ ਦੇ ਤਹਿਤ, ਜੇ ਕੋਈ ਐਨਕਾਊਂਟਰ ਹੁੰਦਾ ਸੀਗਾ ਜਾਂ ਆਪਣੀ ਅਫੀਸ਼ੀਅਲ ਕਪੈਸਿਟੀ ਵਿੱਚ ਇਦਾਂ ਦੀ ਕਿਸੇ ਦੀ ਮੌਤ ਹੁੰਦੀ ਸੀਗੀ ਤਾਂ ਸੈਂਕਸ਼ਨ ਲੈਣੀ ਜ਼ਰੂਰੀ ਸੀਗੀ। ਤਾਂ ਇਹਨਾਂ ਨੇ 17-18 ਸਾਲ ਬਸ ਉੱਥੇ ਇਸੇ ਗੱਲ ਦੇ ਉੱਤੇ ਅੜੇ ਹੋ ਰਹੇ ਵੀ ਸੈਂਕਸ਼ਨ ਸਾਤੇ ਬਣਦੀ ਨਹੀਂ। ਤਾਂ ਸੁਪਰੀਮ ਕੋਰਟ ਨੇ ਇਹ ਗੱਲ ਤੈਅ ਕਰ ਦਿੱਤੀ ਵੀ ਜਿੱਥੇ ਪ੍ਰੀਮਾ ਫੇਸ਼ੀ ਫੇਕ ਐਨਕਾਊਂਟਰ CBI ਨੇ ਸਾਬਤ ਕੀਤਾ, ਉੱਥੇ ਸੈਂਕਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ। ਤਾਂ ਸਟੇ ਇਹ ਖੁੱਲੀ ਸੀਗੀ। ਮਤਲਬ ਇਹ ਲਕੂਨਾਸ ਦੇ ਪਿੱਛੇ ਲੁਕੇ ਰਹੇ। ਤਾਂ ਇਹਨਾਂ ਕੋਲ ਪੂਰੀ ਓਪਰਚੁਨਿਟੀ ਸੀਗੀ ਵੀ ਡਿਫੈਂਸ ਵਿੱਚ ਤੁਸੀਂ ਆਪਣਾ ਐਵੀਡੈਂਸ ਲੀਡ ਕਰੋ। ਹੁਣ 3 ਮੁਲਾਜ਼ਮਾਂ ਦੇ ਉੱਤੇ ਕੇਸ ਪਿਆ, ਇੱਕ ਮਰ ਗਿਆ, ਤਾਂ ਬਾਕੀ ਜਿਹੜੇ ਮੁਲਾਜ਼ਮ ਸੀਗੇ ਉਹ ਤੁਹਾਡੇ ਵਿਟਨੈਸ ਬਣਦੇ ਆ ਜਾਂ ਜਿਹੜੇ ਉਹ ਮੌਕੇ ਤੇ ਸੀਗੇ। ਤਾਂ ਇਹਨਾਂ ਨੇ ਇੱਕ ਬਸ ਉਹੀ ਜਿਹੜੀ ਇਹਨਾਂ ਨੇ ਸਟੋਰੀ ਬਣਾਈ ਸੀ ਉਹਦੇ ਪਿੱਛੇ ਇੱਕ ਤੁਸੀਂ ਕਹਿ ਸਕਦੇ ਲੁਕੇ ਰਹੇ। ਪਰ ਜਦ ਉਹ ਸਟੋਰੀ ਐਕਸਪੋਜ਼ ਹੋ ਜਾਂਦੀ ਆ ਵੀ ਗੋਲੀ ਚੱਲੀ ਕਿੱਥੇ ਚੱਲੀ, ਤਾਂ ਫਿਰ ਅਸੀਂ ਜਿਹੜੀ ਮੈਂ ਤੁਹਾਨੂੰ ਨਾਲ ਗੱਲ ਸ਼ੇਅਰ ਕੀਤੀ ਸੀਗੀ, ਅਸੀਂ ਖਾਲੜਾ ਸਾਹਿਬ ਦੇ ਕੇਸਾਂ 'ਚ ਖੋਜ ਕੀਤੀ। FIRਾਂ ਸਿਰਫ ਅੰਮ੍ਰਿਤਸਰ ਤਰਨਤਾਰਨ ਦੀਆਂ ਨਹੀਂ ਅਸੀਂ ਹਾਸਲ ਕੀਤੀਆਂ, ਹੋਰ ਵੀ ਕੇਸਾਂ 'ਚ। ਤਾਂ ਸੇਮ ਕਹਾਣੀ, ਬਿਲਕੁਲ ਇੱਕੋ ਜਿਹੀ ਕਹਾਣੀ ਵੀ ਰਿਕਵਰੀ ਵਾਸਤੇ ਲਗਾਏ। ਤਾਂ ਜਦ ਵੀ ਰਿਕਵਰੀ ਵਾਸਤੇ, ਹੁਣ ਪਹਿਲੀ ਗੱਲ ਤਾਂ ਇਹ ਵੀ ਸਵਾਲ ਉੱਠਦਾ ਆ ਵੀ ਉਹਨਾਂ ਨੂੰ ਕਿੱਦਾਂ ਪਤਾ, ਹੁਣ ਮਤਲਬ ਉਸ ਟਾਈਮ ਕੋਈ ਮੋਬਾਈਲ ਨਹੀਂ ਸੀ, ਕੁਛ ਨਹੀਂ ਸੀਗਾ, ਵੀ ਉਹਨਾਂ ਨੂੰ ਕੀ ਸੁਪਨਾ ਆ ਗਿਆ ਵੀ ਇਸੇ ਟਾਈਮ ਤੇ ਇਹਨਾਂ ਨੇ ਪੁਲਿਸ ਪਾਰਟੀ ਨੇ ਰਿਕਵਰੀ ਵਾਸਤੇ ਲਿਜਾਣਾ। ਤੇ ਦੂਸਰੀ ਗੱਲ ਵੀ ਉਹਨਾਂ ਨੂੰ ਫਾਇਰਿੰਗ ਕਰਨ ਦੀ ਕੀ ਲੋੜ ਪਈ, ਹੈ ਨਾ, ਕਿਉਂਕਿ ਉਹ ਜੇ ਹਥਿਆਰ ਉਹਨਾਂ ਨੇ ਬਰਾਮਦ ਕਰਨੇ ਸੀਗੇ ਤਾਂ ਫਿਰ ਉਹ ਲੈ ਜਾਂਦੇ। ਮਤਲਬ ਉਹ ਕਿਹੜਾ ਕੋਈ ਸੋਨਾ ਦੱਬਿਆ ਸੀਗਾ ਜੋ ਇਦਾਂ ਦੀ ਚੀਜ਼ ਜਿਹੜੀ ਉਹਨਾਂ ਨੂੰ ਪਰਸਨਲੀ, ਸਗੋਂ ਬੰਦਾ ਭੱਜਦਾ ਆ ਵੀ ਸਾਡਾ ਜਿਹੜਾ ਖੁਲਾਸਾ ਖੁੱਲ੍ਹ ਗਿਆ। ਤਾਂ ਜੇ ਪੁਲਿਸ ਵਾਲਿਆਂ ਨੇ ਇੰਨੀ ਤਕੜੀ ਪਾਰਟੀ ਦੇ ਨਾਲ ਬਰਾਮਦਗੀ ਕੀਤੀ ਤਾਂ ਸਾਡਾ ਵੀ ਨਾਂ ਵਿੱਚ ਵੱਜਦਾ। ਤਾਂ ਉਹਨਾਂ ਨੂੰ ਕੀ ਲੋੜ ਸੀਗੀ ਫਾਇਰ ਕਰਨ। ਸੋ ਇਹ ਜਿਹੜੀ ਸਾਰੀ ਸਟੋਰੀ ਤੋੜਨ ਵਾਸਤੇ ਹੁਣ ਜਦ, ਕਿਉਂਕਿ ਇਹਨਾਂ ਨੂੰ ਇੰਨਾ ਹੀ ਖੁੱਲ੍ਹ ਦਿੱਤੀ ਗਈ ਸੀਗੀ ਤੁਸੀਂ ਜੋ ਮਰਜ਼ੀ FIR 'ਚ ਲਿਖ ਦਿਓ, ਤੁਹਾਤੇ ਕਦੇ ਕੋਈ ਕੇਸ ਨਹੀਂ ਸੀ ਪੈਣਾ। ਇਹ ਖੁੱਲ੍ਹ ਕੌਣ ਦਿੰਦਾ ਸੀ, ਕਿਸ ਨੇ ਦਿੱਤੀ ਹੋਈ ਸੀ? ਇਹ ਸਰਕਾਰ ਨੇ, ਅਸੀਂ ਕਹਿ ਸਕਦੇ ਹਾਂ ਉਸ ਟਾਈਮ ਦੀ ਜਿਹੜੀ ਸਰਕਾਰ ਸੀਗੀ। ਤਾਂ ਬੜੇ ਜਿਹੜੇ ਨੇ ਪੁਲਿਸ ਅਫਸਰ ਜਾਂ ਖਾਲੜੇ ਸਾਹਿਬ ਨੇ ਚੈਲੰਜ ਕੀਤਾ ਪ੍ਰੈਸ ਕਾਨਫਰੰਸ ਵਿੱਚ ਵੀ ਤੁਸੀਂ ਇਸ ਤਰ੍ਹਾਂ ਝੂਠੇ ਪੁਲਿਸ ਮੁਕਾਬਲੇ ਕਰਕੇ ਅਣਪਛਾਤੀਆਂ ਲਾਸ਼ਾਂ ਦਾ ਸੰਸਕਾਰ ਕੀਤਾ। ਉਹਨੇ ਓਪਨਲੀ ਚੈਲੰਜ ਕੀਤਾ ਸੀਗਾ KPS ਗਿੱਲ ਨੂੰ ਤਾਂ ਅਜੀਤ ਸਿੰਘ ਸੰਧੂ ਨੂੰ। ਤਾਂ ਜਵਾਬ ਵਿੱਚ KPS ਗਿੱਲ ਨੇ ਕੁਝ ਦਿਨ ਬਾਅਦ ਪ੍ਰੈਸ ਕਾਨਫਰੰਸ 'ਚ ਕਿਹਾ ਵੀ ਇਹ ਤਾਂ ਗੱਲਾਂ ਫਲਾਈਆਂ ਗਈਆਂ। ਤਾਂ ਜਿਹੜੇ ਬੰਦੇ ਜਿਹੜੇ ਕਹਿੰਦੇ ਵੀ ਇਹ ਇਨੋਸੈਂਟ ਬੰਦੇ ਸੀਗੇ, ਇਹ ਸੀਗੇ ਨਾਮੀ ਖਾੜਕੂ, ਤਾਂ ਇਹ ਬਾਹਰ ਬੈਠੇ ਆ, ਹਾਂ ਦਿਹਾੜੀਆਂ ਕਰਦੇ ਆ। ਤਾਂ ਦੂਸਰੇ ਨੰਬਰ ਤੇ ਉਹਨਾਂ ਨੇ ਕਿਹਾ ਵੀ ਜਿਹੜੇ ਕੋਈ ਭਈਏ ਆਉਂਦੇ ਆ ਰੇਲਵੇ ਸਟੇਸ਼ਨਾਂ ਤੇ ਅਣਪਛਾਤੀਆਂ ਲਾਸ਼ਾਂ ਮਤਲਬ ਉਹਨਾਂ ਦੀਆਂ ਹੋ ਸਕਦੀਆਂ, ਵੀ ਇਹ ਗੱਲਾਂ ਸਾਰੀਆਂ ਫਲਾਈਆਂ ਗਈਆਂ। ਅਸੀਂ ਜਦ ਆਪਣੀ ਇੱਕ PIL ਲਾਈ ਹਾਈ ਕੋਰਟ ਵਿੱਚ, ਪਹਿਲਾਂ ਸੁਪਰੀਮ ਕੋਰਟ ਵਿੱਚ ਲਾਈ ਸੀਗੀ, 8257 ਕੇਸ। ਸਾਡੀ ਐਕਚੁਅਲੀ ਜਿਹੜੀ ਆਰਗੇਨਾਈਜੇਸ਼ਨ ਹੈਗੀ ਹੈ ਪੰਜਾਬ ਡਾਕੂਮੈਂਟੇਸ਼ਨ ਐਡਵੋਕੇਸੀ ਪ੍ਰੋਜੈਕਟ, ਮੇਨ ਪਟੀਸ਼ਨਰ ਬਾਜਵਾ ਸਾਹਿਬ ਨੇ ਜਿਹੜੀ ਹਾਈ ਕੋਰਟ ਵਿੱਚ ਲੱਗੀ। ਅਸੀਂ ਇਹ ਪੈਟਰਨ ਦਿਖਾਇਆ ਵੀ ਪਹਿਲੀ ਗੱਲ ਤਾਂ ਖਾਲੜੇ ਕੇਸ ਵਿੱਚ 96 ਤੋਂ ਲੈ ਕੇ 2013 ਤੱਕ ਮਨੁੱਖੀ ਅਧਿਕਾਰ ਕਮਿਸ਼ਨ 'ਚ ਵੀ ਕਾਰਵਾਈ ਚੱਲਦੀ ਰਹੀ, ਸੁਪਰੀਮ ਕੋਰਟ 'ਚ ਵੀ। ਤਾਂ 2057 ਕੇਸ 'ਚੋਂ 1500 ਮੇਰੇ ਖਿਆਲ 70 ਕੇਸ ਦੇ ਲਾਗੇ ਛਾਗੇ ਬੰਦਿਆਂ ਦੀ ਪਛਾਣ ਹੋਈ ਵੀ ਇਹਨਾਂ ਦੀ ਆਈਡੈਂਟੀਫਿਕੇਸ਼ਨ ਹੋਈ। ਤਾਂ ਅਸੀਂ ਹੁਣ ਵੀ ਕਹਿੰਦੇ ਹਾਂ ਵੀ ਜਿਹੜੇ ਉਸ ਟਾਈਮ ਦਾ ਮਤਲਬ ਇਹ ਇਲਜ਼ਾਮ ਲੱਗ ਰਿਹਾ ਸੀਗਾ ਵੀ ਤਾਂ ਬੰਦੇ ਸਾਰੇ ਜਿਉਂਦੇ ਆ, ਇੱਕ ਵੀ ਬੰਦਾ
ਬਾਹਰ ਨਹੀਂ ਗਿਆ। ਇੱਕ ਵੀ ਬੰਦਾ ਯੂਪੀ ਸਟੇਟ ਤੋਂ, ਬਿਹਾਰ ਸਟੇਟ ਤੋਂ ਨਹੀਂ ਸੀਗਾ। ਜਿਹੜੇ ਉਹ ਕ੍ਰਿਮੇਸ਼ਨ ਗਰਾਊਂਡ ਦੇ ਰਿਕਾਰਡ ਵਿੱਚ ਤੁਸੀਂ ਦੇਖਦੇ, ਚਲੋ ਠੀਕ ਹੈ ਕੁਛ % ਲੋਕ ਹੁੰਦੇ ਨੇ ਜਿਨ੍ਹਾਂ ਦੀਆਂ ਚਾਣਚੱਕੇ ਮੌਤਾਂ ਹੁੰਦੀਆਂ। ਕੋਈ 85 ਸਾਲ ਦਾ ਕੋਈ ਬਜ਼ੁਰਗ ਆ, ਮਤਲਬ ਅਨਆਈਡੈਂਟੀਫਾਈਡ ਆ, ਕੋਈ ਗਰੀਬ ਆ, ਮਤਲਬ ਇਦਾਂ ਦੇ ਤੁਸੀਂ ਦੇਖ ਸਕਦੇ ਆ। 91 92 93 ਸੰਨ ਦੇ ਜਿਹੜੇ ਜਿੰਨੇ ਵੀ 23 ਸਾਲਾਂ ਦਾ 21 ਸਾਲਾਂ ਦਾ ਨੌਜਵਾਨ ਸਿੱਖ, ਮਤਲਬ ਉਹ ਕ੍ਰਿਮੇਸ਼ਨ ਗਰਾਊਂਡ 'ਚ ਸਾਰਾ ਆਉਂਦਾ ਆ। ਹਾਂ, ਉਹ ਸਾਰਾ ਤੁਸੀਂ ਮਿਲਾ ਕੇ ਦੇਖ ਸਕਦੇ ਆ ਵੀ 91 92 93 94 ਤੱਕ, 95 ਤੇ ਬਾਅਦ ਬਿਲਕੁਲ ਰਿਕਾਰਡ ਡਾਊਨ ਹੋ ਜਾਂਦਾ। ਫਿਰ ਉਹੀ 60 65 70 ਸਾਲ ਮੋਟਰਸਾਈਕਲ ਐਕਸੀਡੈਂਟ, ਚਾਹੇ ਕੋਈ ਬਜ਼ੁਰਗ, ਚਾਹੇ ਗਰਮੀ ਦੇ ਨਾਲ ਉਹਦਾ ਜਿਹੜਾ ਮੌਤ ਦਾ ਐਨਕਾਊਂਟਰ ਜੋ ਖਾਲੜਾ ਸਾਹਿਬ ਨੇ ਮਤਲਬ ਉਹ ਤੱਤ ਕੱਢੇ ਸੀਗੇ, ਦੁਨੀਆ ਦੇ ਸਾਹਮਣੇ ਲਿਆਂਦੇ। ਤਾਂ ਇਸ ਕਰਕੇ ਇਹਨਾਂ ਦੀ ਜੱਜਮੈਂਟ ਬਹੁਤ ਬਹੁਤ ਜ਼ਰੂਰੀ ਸੀਗੀ ਦੁਨੀਆ ਦੇ ਸਾਹਮਣੇ, ਕਿਉਂਕਿ ਇਹ ਇੱਕ ਜੱਜਮੈਂਟ ਦਾ ਜਿਹੜਾ ਥੱਬਾ ਲੱਗਾ ਹੈ ਇੱਕ ਜੱਜ ਦਾ, CBI ਸਪੈਸ਼ਲ ਕੋਰਟ ਦਾ, ਵੀ ਜੋ ਖਾਲੜਾ ਸਾਹਿਬ ਨੇ ਕਿਹਾ ਤਾਂ ਜੋ ਖਾਲੜਾ ਸਾਹਿਬ ਨੇ ਐਕਸਪੋਜ਼ ਕੀਤਾ ਉਹ ਸਾਰੀ ਜੱਜਮੈਂਟ। ਤਾਂ ਅਸੀਂ ਇਹ ਕਹਿ ਸਕਦੇ ਹਾਂ ਵੀ ਇੱਕ ਵਿਰਲੇ ਕੇਸ ਆ, ਕਿਉਂਕਿ CBI ਨੇ ਸਿਰਫ 40 ਉਹ ਜਿਹੜੇ 42 44 ਜਿੰਨੇ ਵੀ ਕੇਸ ਸੀਗੇ ਉਹਨਾਂ 'ਚ ਹੀ ਇਨਵੈਸਟੀਗੇਸ਼ਨ ਕੀਤੀ। ਕਰਨੀ ਚਾਹੀਦੀ ਸੀਗੇ 1500 ਕੇਸਾਂ 'ਚ, ਉਹ ਅੱਜ ਤੱਕ ਹੋਈ ਨਹੀਂ। ਤਾਂ ਜੇ ਤੁਸੀਂ ਉਹਨਾਂ ਦਾ ਪੈਟਰਨ ਫੋਲੋ ਕਰੋਗੇ ਵੀ ਜੋ ਉਹ ਲੋਕਾਂ ਨੇ ਜਿਹੜੇ ਆਪਣੇ ਫਾਰਮ ਦਰਜ ਕੀਤੇ ਸੀਗੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਲ, ਕਹਾਣੀ ਬਿਲਕੁਲ ਸੇਮ ਆ। ਉਹੀ ਬਜ਼ੁਰਗਾਂ ਨੇ ਮਤਲਬ ਦਰਖਾਸਤਾਂ ਦਿੱਤੀਆਂ, ਅਰਜ਼ੀਆਂ ਦਿੱਤੀਆਂ, ਟੈਲੀਗ੍ਰਾਮਾਂ ਦਿੱਤੀਆਂ, ਪਰ ਉਹਨਾਂ ਦਾ ਕੁਝ ਬਣਿਆ ਨਹੀਂ। ਕੁਛ ਜਿਹੜੇ ਚੰਦ ਕੇਸ ਸੀਗੇ ਉਹ CBI ਨੇ ਇਨਵੈਸਟੀਗੇਟ ਕੀਤੇ, ਪਰ ਉਹ ਸਾਰਾ ਸਵਾਲ ਹਜੇ ਵੀ ਖੜਾ ਵੀ ਘਾਣ ਹੋਇਆ, ਵੱਡੇ ਪੱਧਰ ਤੇ ਹੋਇਆ। ਕੋਈ ਇਨਕੁਆਇਰੀ ਕਮਿਸ਼ਨ ਹੋਣੀ ਚਾਹੀਦੀ ਹੈ, ਜਿੱਦਾਂ 84 ਵਾਲੇ ਕੇਸਾਂ ਤੇ ਇੰਨੇ ਕਮਿਸ਼ਨ ਬੈਠੇ, 16 17 ਕਮਿਸ਼ਨ ਤਾਂ ਬੈਠ ਚੁੱਕੇ, ਪਰ ਅੱਜ ਤੱਕ ਅਫਸੋਸ ਦੀ ਗੱਲ ਆ ਪੰਜਾਬ ਵਿੱਚ ਇੱਕ ਕਮਿਸ਼ਨ ਨਹੀਂ ਬੈਠਾ। ਤਾਂ ਵੱਡੇ ਪੱਧਰ ਤੇ ਕੋਈ ਵੀ ਫੇਕ ਇਨਕਾਊਂਟਰਸ ਜੇ ਅਸੀਂ ਦੇਖਿਆ ਜਾਵੇ ਵੀ ਪੈਟਰਨ ਸਿਸਟਮੈਟਿਕ ਜੋ ਵੀ ਉਹ ਹੋਇਆ ਉਹਦੇ ਤੇ ਖੋਜ ਹੋਣੀ ਚਾਹੀਦੀ। ਚਲੋ ਵਿਰਲੇ ਕੇਸ 'ਚ ਹੁਣ ਸਜ਼ਾ ਹੋਈ ਆ, ਇੱਕ ਜਿੱਤ ਆ ਪ੍ਰਾਪਤ। ਤੇ ਇਹ ਕਿੰਨੇ ਇਹੋ ਜਿਹੇ ਕਿੰਨੇ ਕੇਸਾਂ ਦੇ ਵਿੱਚ ਇਨਸਾਫ ਮਿਲ ਚੁੱਕਿਆ ਵਕੀਲ ਸਾਹਿਬ? 13 ਕੇਸ ਜਿਹੜੇ ਆ 2018 ਤੋਂ ਲੈ ਕੇ 2022 ਤੱਕ ਹੁਣ ਤੱਕ ਡਿਸਾਈਡ ਹੋ ਚੁੱਕੇ ਆ। ਝੂਠੇ ਪੁਲਿਸ ਮੁਕਾਬਲਿਆਂ ਦੇ 13 ਦੇ 13 ਝੂਠੇ ਪੁਲਿਸ ਮੁਕਾਬਲਿਆਂ ਦੇ 13 ਜਿਹੜੇ CBI ਕੋਰਟ ਦੇ ਵਿੱਚ ਜਿਹੜੇ ਡਿਸਾਈਡ ਹੋ ਚੁੱਕੇ ਆ, ਤੇ ਜਿਹੜੇ 23 ਕੇਸ ਨੇ ਅਜੇ ਪੈਂਡਿੰਗ ਚੱਲ ਰਹੇ ਆ ਜਿਹੜੇ CBI ਕੋਰਟ ਦੇ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਦੇ ਜਾਂ ਡਿਸਅਪੀਅਰੈਂਸ ਦੇ ਲਾ ਲਓ, ਸਾਰੇ ਚੱਲ ਰਹੇ ਆ। ਤੁਹਾਡੇ ਮੁਤਾਬਿਕ ਜਿਹੜੀ ਇਹ ਜੱਜਮੈਂਟ ਆਈ ਹੈ, ਹਾਲਾਂਕਿ ਜਿਹੜੇ ਪੀੜਤ ਹੈਗੇ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਕੁਝ ਥੋੜੀ ਰਾਹਤ ਜ਼ਰੂਰ ਮਿਲੀ ਹੈ, ਕਿ ਇਨਸਾਫ ਮਿਲਿਆ ਹੈਗਾ ਸਾਨੂੰ, ਪਰ ਜਿਹੜਾ ਮੁਆਵਜ਼ੇ ਦੀ ਰਾਸ਼ੀ ਹੈ ਉਹਨੂੰ ਤੁਸੀਂ ਉਹਦੇ ਬਾਰੇ ਕੀ ਕਹੋਗੇ? ਜਿਹੜੀ ਮੁਆਵਜ਼ੇ ਦੀ ਰਾਸ਼ੀ 30 ਸਾਲਾਂ ਬਾਅਦ ਬਹੁਤ ਹੀ ਛੋਟੀ ਲੱਗਦੀ ਹੈ। ਵੇਖੋ, ਜੇ ਤੇ ਤੁਸੀਂ ਕਿਸੇ ਬੰਦੇ ਦੀ ਜ਼ਿੰਦਗੀ ਦਾ ਮੁੱਲ ਪਾਉਂਦੇ ਜੇ, ਉਹ ਤੇ ਕੋਈ ਵੀ ਕੋਰਟ ਉਹਦੀ ਜ਼ਿੰਦਗੀ ਦਾ ਮੁੱਲ ਨਹੀਂ ਦੇ ਸਕਦੀ। ਪਰ ਜੋ ਵੀ ਕੋਰਟ ਦੇ ਪਾਵਰਾਂ ਹੈਗੀਆਂ ਉਹਦੇ ਹਿਸਾਬ ਨਾਲ ਜੋ ਜੱਜ ਸਾਹਿਬ ਨੇ ਕਰ ਦਿੱਤਾ, ਥੋੜ੍ਹਾ ਵੇਖਾਂਗੇ ਆਪਾਂ। ਜੱਜਮੈਂਟ ਅਜੇ ਆਈ ਨਹੀਂ ਹੈ, ਜੱਜਮੈਂਟ ਪੜ੍ਹ ਕੇ ਵੇਖਾਂਗੇ ਵੀ ਉਹਦੇ 'ਚ ਕੀ ਅੱਗੇ ਹੋ ਸਕਦਾ। ਜੇ ਕੋਈ ਅਪੀਲ 'ਚ ਹੋ ਸਕਦਾ ਹੋਇਆ ਜਾਂ ਉਹਦਾ ਵੱਖਰਾ ਕੋਈ ਚੱਲ ਸਕਦਾ ਹੋਇਆ ਤੇ ਉਹ ਅਸੀਂ ਵੇਖਾਂਗੇ ਤੇ ਫਿਰ ਬਾਅਦ 'ਚ ਗੱਲ ਕਰਾਂਗੇ। ਭਾਈ ਸਾਹਿਬ, ਵਕੀਲ ਸਾਹਿਬ ਨੇ ਗੱਲ ਕੀਤੀ ਸੀ ਕਿ ਤੁਸੀਂ 30 ਸਾਲਾਂ ਦੇ ਵਿੱਚ ਕਾਫੀ ਕੁਝ ਸਹਿਆ ਹੈਗਾ ਪਰਿਵਾਰਿਕ ਤੌਰ ਤੇ ਵੀ, ਤਾਂ ਇਹ ਜਿਹੜੀ ਕਾਨੂੰਨੀ ਜੰਗ ਹੈ ਇਹਦੇ ਵਿੱਚ ਕੀ ਕੁਝ ਤੁਸੀਂ ਉਤਰਾ ਚੜਾ ਦੇਖੇ ਨੇ? ਕੁਝ ਤੁਹਾਨੂੰ ਡਰਾਇਆ ਗਿਆ, ਧਮਕਾਇਆ ਗਿਆ, ਲਾਲਚ ਦਿੱਤੇ ਗਏ, ਕੀ ਕੁਝ ਹੋਇਆ? ਮੈਡਮ, ਬਹੁਤ ਕੁਝ ਹੋਇਆ ਇਹਦੇ ਵਿੱਚ। ਕਰਦਿਆਂ ਮੇਰਾ ਪਰਿਵਾਰ ਹੀ ਸਾਰਾ ਜਿੱਦਾਂ ਨਾਲੋਂ ਰੁਲ ਹੀ ਗਿਆ। ਮੇਰੇ ਫਾਦਰ ਸਾਹਿਬ ਦੀ ਵੀ ਡੈਥ ਹੋ ਗਈ, ਉਹਦੇ ਵਿੱਚ ਵੀ ਮੁੜ ਕੇ ਮੈਂ ਵੀ ਆਪਣਾ ਘਰੋਂ ਬਘਰ ਰਿਹਾ। ਉਸ ਕਰਕੇ ਸਾਡੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ। ਤੇ ਕੌਣ ਧਮਕਾਉਂਦਾ ਕੌਣ ਸੀਗਾ? ਕੌਣ ਤੁਹਾਨੂੰ ਤੰਗ ਕਰਦਾ? ਪੁਲਿਸ ਵਾਲੇ ਹੀ ਧਮਕਾਉਂਦੇ ਸੀ ਆ ਕੇ, ਕਦੀ ਕਿਸੇ ਕੇਸ 'ਤੇ ਤੁਹਾਨੂੰ ਫਸਾ ਦੇਣਾ ਵਾ, ਤੁਸੀਂ ਉਹ ਆਪਣਾ ਜਿਹੜਾ ਕੇਸ ਆ ਵਾਪਸ ਲਓ। ਲੇਕਿਨ ਅਸੀਂ ਲੱਗੇ ਰਹੇ ਉੱਦਾਂ। ਜਿਹੜੇ ਮਤਲਬ ਹੁਣ ਦੋਸ਼ੀ ਨੇ ਉਹੀ ਤੁਹਾਨੂੰ ਹਾਂਜੀ ਹਾਂਜੀ ਡਾਇਰੈਕਟਲੀ ਆ ਕੇ? ਨਹੀਂ, ਇਹਨਾਂ ਦੇ ਜਿੱਦਾਂ ਇਹਨਾਂ ਤੋਂ ਅੱਗੇ ਇੱਕ ਸਰਜੀਤ ਸਿੰਘ ਆ ਗਿਆ SHO, ਉਹ ਸਾਨੂੰ ਬਹੁਤ ਧਮਕਾਉਂਦਾ ਰਿਹਾ। ਜਿਪਸੀਆਂ ਸਾਡੇ ਮਗਰ ਲਾ ਕੇ ਸਾਨੂੰ ਪਿੰਡੋਂ ਭਜਾਉਣਾ, ਬੜਾ ਕੁਝ ਸਾਡੇ ਨਾਲ ਤਸੱਦਦ ਕਰਦੇ ਰਹੇ। ਕਿੰਨਾ ਕੁ ਮਤਲਬ ਤੁਹਾਨੂੰ ਘਾਟਾ ਪਿਆ ਹੈਗਾ ਨਿੱਜੀ ਤੌਰ ਤੇ, ਜਾਂ ਆਪਾਂ ਦੇਖ ਲਈਏ ਕਿ ਆਰਥਿਕ ਤੌਰ ਤੇ ਇੱਕ ਖੜੋਤ ਆ ਜਾਂਦੀ ਹੈ? ਕਿਹੜੇ ਪੱਖਾਂ ਤੋਂ ਤੁਸੀਂ ਮਤਲਬ ਲਾਸ ਸਹਿਆ ਹੈਗਾ ਇਸ ਵੇਲੇ? ਤੇ ਮੈਡਮ, ਸਾਰਿਆਂ ਪਾਸਿਆਂ ਤੋਂ ਹੀ ਲਾਸ ਸਹਿਆ ਵਾ, ਲੇਕਿਨ ਚਲੋ ਮਹਾਰਾਜ ਨੇ ਜ਼ਿੰਦਗੀ ਦਿੱਤੀ ਆ, ਲਾਸ ਵੀ ਪੂਰਾ ਕਰ ਲਾਂਗੇ। ਲੇਕਿਨ ਜਿਹੜਾ ਲਾਸ ਆਪਣੇ ਬ੍ਰਦਰ ਦਾ ਜਾਂ ਫਾਦਰ ਸਾਹਿਬ ਦਾ ਪਿਆ, ਉਹ ਤੇ ਪੂਰਾ ਹੋਣਾ ਹੀ ਨਹੀਂ।
ਤੇ ਇੱਕ ਵਕੀਲ ਸਾਹਿਬ ਨੇ ਕਿਹਾ ਸੀ ਇੱਕ ਜਿਹੜਾ ਉਹਨਾਂ ਨੇ ਅੱਤਵਾਦ ਦਾ ਇੱਕ ਤੁਹਾਡੇ ਤੇ ਧੱਬਾ ਲਾਇਆ ਸੀਗਾ, ਉਹਦੇ ਕਰਕੇ ਤੁਹਾਨੂੰ ਆਸ-ਪਾਸ ਦੇ ਲੋਕਾਂ ਤੋਂ, ਭਾਈਚਾਰੇ ਤੋਂ, ਉੱਥੋਂ ਵੀ ਕੁਝ ਮਤਲਬ ਤੁਹਾਨੂੰ ਇਹੋ ਜਿਹੀਆਂ ਗੱਲਾਂ ਸੁਣਨੀਆਂ ਪਈਆਂ, ਕੁਝ ਮਾਨਸਿਕ ਤਸ਼ੱਦਦ ਕਹਿੰਦੇ ਨੇ ਉਹਨੂੰ, ਉਹ ਵੀ ਤੁਸੀਂ ਝੱਲਿਆ? ਹਾਂਜੀ ਹਾਂਜੀ, ਉਹ ਵੀ ਸਾਰਾ ਝੱਲਿਆ। ਇੱਕ ਸਾਡੇ ਤੇ ਟੈਗ ਜਿਹੜਾ ਅੱਤਵਾਦ ਦਾ ਲੱਗਾ ਸੀਗਾ, ਉਹ ਵੀ ਭਾਜੀ ਜਗਜੀਤ ਆ, ਸਤਨਾਮ ਬੈਂਸ ਸਾਹਿਬ ਆ, ਇਹਨਾਂ ਦੀ ਮਿਹਰ ਨਾਲ ਹੀ ਸਾਡੇ ਤੋਂ ਇੱਕ ਜਿਹੜਾ ਵਾ ਅੱਤਵਾਦ ਦਾ ਜਿਹੜਾ ਟੈਗ ਲੱਗਾ ਸੀ ਉਹ ਲੱਥ ਗਿਆ। ਤੇ ਤੁਹਾਡੇ ਆਸ-ਪਾਸ ਕੋਈ ਇਹੋ ਜਿਹੇ ਹੋਰ ਵੀ ਬਹੁਤ ਲੋਕ ਨੇ ਜਿਹੜੇ ਕੇਸ ਲੜ ਰਹੇ ਨੇ ਇਹੋ ਜਿਹੇ, ਜਾਂ ਫਿਰ ਜਿਹੜੇ ਚੁੱਪ ਹੋ ਕੇ ਬੈਠ ਗਏ? ਕੇਸ ਤਾਂ ਮੈਡਮ ਬਹੁਤ ਹੈਗੇ ਸਾਡੇ ਏਰੀਆ 'ਚ, ਲੇਕਿਨ ਪੁਲਿਸ ਤੋਂ ਡਰਦਾ ਕੋਈ ਅੱਗੇ ਆਉਣਾ ਹੀ ਨਹੀਂ ਚਾਹੁੰਦਾ। ਤੇ ਹੁਣ ਤੁਹਾਨੂੰ ਕੋਈ ਡਰ ਤਾਂ ਨਹੀਂ ਹੈਗਾ? ਹੁਣ ਇਹ ਕੇਸ ਤੁਸੀਂ ਜਿੱਤ ਲਿਆ ਹੈਗਾ, ਵੀ ਇਸ ਤੋਂ ਬਾਅਦ ਵੀ ਤੁਹਾਨੂੰ ਲੱਗਦਾ ਕੋਈ ਪਰੇਸ਼ਾਨੀ ਆ ਸਕਦੀ ਹੈ ਪੁਲਿਸ ਪੱਧਰ ਤੇ? ਨਹੀਂ ਮੈਡਮ, ਪਰੇਸ਼ਾਨੀਆਂ 'ਚੋਂ ਤੇ ਹੁਣ ਲੰਘ ਗਏ ਆ, ਕੋਈ ਗੱਲ ਨਹੀਂ। ਹੁਣ ਜੇ ਕੋਈ ਆਊਗੀ ਵੀ ਤੇ ਉਹ ਵੀ ਚੱਲਾਂਗੇ, ਕੋਈ ਗੱਲ ਨਹੀਂ। ਤੇ ਉਹਨਾਂ ਦਾ ਤੁਹਾਡੇ ਬ੍ਰਦਰ ਦਾ ਜਦੋਂ ਹੋਇਆ ਸੀ ਐਨਕਾਊਂਟਰ, ਉਹ ਕੁਆਰੇ ਸੀਗੇ? ਕੋਈ ਫੈਮਿਲੀ ਮੈਂਬਰ ਉਹਨਾਂ ਦਾ? ਨਹੀਂ ਜੀ, ਉਹ ਕੁਆਰੇ ਸੀਗੇ। ਹਾਂਜੀ। ਸੋ ਭਾਈ ਸਾਹਿਬ, ਤੁਹਾਨੂੰ ਵੀ ਕੋਈ ਇਦਾਂ ਦੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਉਹ ਝੱਲਣੀਆਂ ਪਈਆਂ ਨੇ? ਕਿਹੜੇ ਪਿੰਡ ਤੋਂ ਤੁਸੀਂ ਰਹਿਣ ਵਾਲੇ? ਅਸੀਂ ਪੱਲੇ ਪਿੰਡ ਤੋਂ ਰਹਿਣ ਵਾਲੇ। ਹਾਂਜੀ। ਤੁਹਾਡੇ ਪਿੰਡ ਦੇ ਵਿੱਚ ਕਿੰਨੇ ਇਹੋ ਜਿਹੇ ਕੇਸ ਨੇ? ਹੋਰ ਕੋਈ ਹੈਗੇ ਨੇ? ਹਾਂਜੀ ਹੈਗੇ ਸੀ 2-3, ਉਹ ਵੀ ਮਤਲਬ ਹੋ ਗਏ ਹੱਲ, ਇਹਨਾਂ ਭਾਜੀ ਉਹਨਾਂ ਨੇ ਕੀਤੇ ਉਹ ਵੀ। ਹਾਂਜੀ। ਠੀਕ ਹੈ। ਸੋ ਆਪਾਂ ਦੇਖ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਜਿੱਦਾਂ ਵਕੀਲ ਸਾਹਿਬ ਹੋਣਾ ਨੇ ਦੱਸਿਆ ਕਿ ਬਹੁਤ ਸਾਰੇ ਜਿਹੜੇ ਕੇਸ ਨੇ, CBI ਨੂੰ ਸਾਰੇ ਕੇਸ ਲੜਨੇ ਚਾਹੀਦੇ ਨੇ। ਜਸਵੰਤ ਸਿੰਘ ਖਾਲੜਾ, ਭਾਈ ਜਸਵੰਤ ਸਿੰਘ ਖਾਲੜਾ ਨੇ ਇੱਕ ਵੱਡੀ ਮਿਹਨਤ ਕੀਤੀ ਸੀਗੀ, ਆਪਾਂ ਕਹਿ ਸਕਦੇ ਹਾਂ ਇੱਕ ਵੱਡੀ ਜੰਗ ਕੀਤੀ ਸੀ। ਉਹਨਾਂ ਨੇ ਹਿਊਮਨ ਰਾਈਟਸ ਦੇ ਲਈ, ਮਨੁੱਖੀ ਅਧਿਕਾਰਾਂ ਦੇ ਲਈ ਜਿਹੜੀਆਂ ਅਣਪਛਾਤੀਆਂ ਲਾਸ਼ਾਂ ਸੀਗੀਆਂ ਉਹਨਾਂ ਨੂੰ ਨਾਮ ਦਿੱਤਾ ਸੀਗਾ, ਤੇ ਜਿਹੜੀਆਂ ਲਾਸ਼ਾਂ ਨੂੰ ਨਾਮ ਦਿੱਤਾ ਸੀ ਸਿੱਖ ਨੌਜਵਾਨਾਂ ਦੀਆਂ, ਇੱਕ ਪੂਰਾ ਉਸ ਵੇਲੇ ਇੱਕ ਪੀੜ੍ਹੀ ਹੈ ਜਿਹੜੀ ਉਹ ਖਤਮ ਕਰ ਦਿੱਤੀ ਗਈ ਸੀਗੀ। ਇੱਕ ਵੱਡਾ ਤਸ਼ੱਦਦ ਹੋਇਆ ਸੀ, ਉਹ ਲਾਸ਼ਾਂ ਨੂੰ ਜਿਨ੍ਹਾਂ ਨੂੰ ਨਾਮ ਦਿੱਤਾ ਗਿਆ ਸੀ ਉਹਨਾਂ ਨੂੰ ਹੁਣ ਇਨਸਾਫ ਮਿਲ ਰਿਹਾ ਹੈਗਾ। ਆਪਾਂ ਸਮਝ ਨਹੀਂ ਸਕਦੇ ਸ਼ਾਇਦ ਕਿ ਉਹ ਪੀੜਾ ਜਿਹੜੀ ਪਰਿਵਾਰਾਂ ਦੀ ਕੀ ਹੋਏਗੀ, ਪਰ ਜਿਹੜੀ ਜੱਜਮੈਂਟ ਆਈ ਹੈ CBI ਅਦਾਲਤ ਦੀ, ਉਸ ਦਾ ਸਾਰੇ ਸਵਾਗਤ ਕਰ ਰਹੇ ਨੇ ਪੀੜਤ ਪਰਿਵਾਰ ਤੇ ਵਕੀਲ ਸਾਹਿਬ ਵੀ। ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਹਰਸ਼ਰਨ ਕੌਰ, ਦਖਾਲਸ TV ਲਈ ਚੰਡੀਗੜ੍ਹ ਤੋਂ ਖਾਸ ਰਿਪੋਰਟ।